ਸਤਿ ਸ੍ਰੀ ਸਟੂਡੈਂਟ ਅੱਜ ਆਪਾਂ ਕਰਨਾ ਹੈਗਾ ਆ ਤੁਹਾਡਾ ਥਰਡ ਚੈਪਟਰ। ਠੀਕ ਨਾ, ਮਤਲਬ ਕਰੀ ਪ੍ਰੋਬੇਬਿਲਿਟੀ ਡਿਸਟ੍ਰੀਬਿਊਸ਼ਨ, ਠੀਕ ਨਾ, ਬਾਈਨੋਮੀਅਲ ਤੇ ਪਲੱਸ ਕਰੀ ਪੋਇਜ਼ਨ। ਮੇਨ ਆਪਾਂ ਪਹਿਲਾਂ ਕਰਨਾ ਹੈਗਾ ਆ ਪ੍ਰੋਬੇਬਿਲਿਟੀ ਡਿਸਟ੍ਰੀਬਿਊਸ਼ਨ ਬਾਈਨੋਮੀਅਲ। ਠੀਕ ਨਾ, ਇਹਦੇ ਵਿੱਚ ਵੀ ਬੇਟਾ ਆਪਾਂ ਹਰੇਕ ਚੀਜ਼ ਕੀ ਕਰਨੀ, ਪ੍ਰੋਬੇਬਿਲਿਟੀ ਪਤਾ ਕਰਨੀ। ਠੀਕ ਨਾ, ਪਰ ਇਹਦੇ ਵਿੱਚ ਕੀ ਦਿੱਤਾ ਹੋਣਾ ਸਾਨੂੰ, ਜਿੱਦਾਂ ਮਤਲਬ ਕਿ ਜੀ ਇੱਕ ਤੋਂ ਜ਼ਿਆਦਾ ਐਕਟੀਵਿਟੀਆਂ ਦਿੱਤੀਆਂ ਹੋਣੀਆਂ ਕਾਫੀ। ਜਿੱਦਾਂ ਪਹਿਲਾਂ ਆਪਾਂ ਕਰਦੇ ਸੀਗੇ ਬੜੀਆਂ 2 ਐਕਟੀਵਿਟੀਆਂ ਹੁੰਦੀਆਂ ਸੀ, 3 ਹੁੰਦੀਆਂ ਸੀਗੀਆਂ। ਠੀਕ ਨਾ, ਇਹਦੇ ਵਿੱਚ ਕੀ ਹੈ ਜੀ, ਸਾਡੀਆਂ 10-10 ਵੀ ਹੋ ਸਕਦੀਆਂ, 15-15 ਵੀ ਹੋ ਸਕਦੀਆਂ ਆ। ਠੀਕ ਨਾ, ਉਹਨੂੰ ਕਿੱਦਾਂ ਸੋਲਵ ਕਰਨਾ। ਠੀਕ ਨਾ, ਤਾਂ ਬੇਟਾ ਇਹਦੇ ਵਿੱਚ ਜਿਹੜਾ ਤੁਹਾਡਾ ਪ੍ਰੋਬੇਬਿਲਿਟੀ ਦਾ ਫਾਰਮੂਲਾ ਲੱਗਣਾ ਨਾ, ਉਹ ਫਾਰਮੂਲਾ ਤੁਹਾਡੇ ਕੋਲ ਆਹ ਵਾਲਾ ਹੈਗਾ। ਕਿਹੜਾ ਲੱਗਣਾ ਜੀ? ਪ੍ਰੋਬੇਬਿਲਿਟੀ। ਠੀਕ ਨਾ, ਕਿਸੇ ਵੀ ਚੀਜ਼ ਦੀ ਆਪਾਂ ਪਤਾ ਕਰਨੀ ਆ, ਪ੍ਰੋਬੇਬਿਲਿਟੀ ਬਰਾਬਰ ਕਿਹਦੀ ਹੋਣੀ ਆ? ਆਹ ਵਾਲਾ ਫਾਰਮੂਲਾ ਲੱਗਣਾ। n ਜਿੰਨੇ ਸਾਡੇ ਟੋਟਲ ਕੇਸ ਹੋਣੇ ਆ ਪਲੱਸ ਸੋਰੀ ਥੱਲੇ ਉਹਦਾ ਕਿਹਾ ਜੀ ਜਿੰਨੇ ਸਾਨੂੰ ਚਾਹੀਦੇ ਆ r। ਠੀਕ ਨਾ, ਤੇ ਨਾਲ ਬੇਟਾ ਲੱਗਣਾ ਹੈਗਾ ਸਾਡੇ ਕੋਲ p ਦੀ ਪਾਵਰ r। p ਦੀ ਪਾਵਰ ਕੀ ਲੱਗਣੀ ਹੈ ਜੀ? r। ਠੀਕ ਨਾ, ਤੇ ਨਾਲ ਹੀ ਕੀ ਲੱਗਣਾ ਹੈਗਾ ਜੀ? p ਦੀ ਪਾਵਰ r ਤੇ q ਦੀ ਪਾਵਰ ਲੱਗਣੀ ਹੈਗੀ ਆ n ਮਾਈਨਸ r। q ਦੀ ਪਾਵਰ ਕਿੰਨੀ ਲੱਗਣੀ? n r। ਠੀਕ ਨਾ, ਮੰਨ ਲਓ ਕੋਈ ਐਕਟੀਵਿਟੀ ਹੁੰਦੀ ਹੈ, ਅਸੀਂ ਕਹਿੰਦੇ 50 ਚੋਂ 3 ਵਾਰ ਹੋਈ ਹੋਵੇ, 50 ਮਤਲਬ 10 ਚੋਂ 2 ਵਾਰ ਹੋਈ ਹੋਵੇ। ਠੀਕ ਨਾ, ਜਾਂ 50 ਚੋਂ 60 ਵਾਰ ਹੋਈ ਹੋਵੇ। ਠੀਕ ਨਾ, ਉਹ ਵਾਲੀ n ਹੋ ਜਾਣੀ ਟੋਟਲ ਨੰਬਰ ਆਫ ਜਿਹੜੇ ਸਾਡੇ ਮਤਲਬ ਕਿ ਜੀ ਐਕਟੀਵਿਟੀਆਂ ਹੋਣੀਆਂ, r ਮਤਲਬ ਜਿੰਨੀਆਂ ਸਾਨੂੰ ਚਾਹੀਦੀਆਂ ਆ। ਠੀਕ ਨਾ, ਤੇ ਬੇਟਾ p ਹੋਣਾ ਹੈਗਾ ਸਾਡਾ ਫੇਵਰੇਬਲ, q ਹੋਣਾ ਜੀ ਨੋਟ ਫੇਵਰੇਬਲ। ਮਤਲਬ ਕਿਸੇ ਚੀਜ਼ ਦੇ ਹੋਣ ਦਾ ਜਿਹੜਾ ਹੈਪਨਿੰਗ ਦਾ ਹੋਣਾ, ਉਹ ਕੀ ਹੋਣਾ ਜੀ? p ਤੇ ਪਲੱਸ ਕਿਆ ਜੀ q ਕਿਹੜਾ ਹੋਣਾ ਹੈ ਜੀ? ਜਿਹੜਾ ਉਹਨੂੰ ਨਹੀਂ ਹੋਣ ਦਾ। ਜਿੱਦਾਂ ਮੰਨ ਲਓ ਫੋਰ ਐਗਜ਼ਾਮਪਲ ਮੈਂ ਲੈ ਲੈਣਾ ਇੱਕ ਕਿਆ ਜੀ ਸਾਡੇ ਕੋਲ ਡਾਈਜ਼ ਆ। ਠੀਕ ਹੈ ਨਾ, ਅਸੀਂ ਕੀ ਪਤਾ ਕਰਨੀ ਹੈਗੀ ਹੈ ਜੀ? ਪਹਿਲੇ ਨੰਬਰ ਤੇ ਮੈਂ p ਤੇ q ਦੀ ਵੈਲਿਊ ਦੱਸਦਾ। ਜਦੋਂ ਉਹਦੇ ਵਿੱਚ ਕਿਹਾ ਜੀ p ਕਿਆ ਹੋਣੀ ਹੈ, ਜਿੱਦਾਂ ਮੰਨ ਲਓ ਕਿਹਾ ਜੀ ਅਸੀਂ ਕਹਿ ਦਿੰਦੇ ਆ ਪ੍ਰੋਬੇਬਿਲਿਟੀ ਪਤਾ ਕਰਨੀ ਹੈਗੀ ਆਪਾਂ ਕਿਹਦੀ ਜੀ? ਪ੍ਰੋਬੇਬਿਲਿਟੀ ਡਾਈ ਸਿੱਟੀ ਆ, ਉਹ ਕਿਹਾ ਜੀ ਮਤਲਬ 5 ਜਾਣ ਦੀ ਕਿੰਨੀ ਪ੍ਰੋਬੇਬਿਲਿਟੀ ਆ? 5 ਜਾਣ ਦੀ ਕਿੰਨੀ ਪ੍ਰੋਬੇਬਿਲਿਟੀ ਆ? ਉਹ ਕਿੰਨੀ ਆਉਂਗੀ ਬੇਟਾ? ਉਹ ਆਈ ਨਹੀਂ ਸਾਡੇ ਕੋਲ 1/6। 1/6 ਇਹ ਤਾਂ ਹੁਣ 5 ਜਾਣ ਦੀ ਪ੍ਰੋਬੇਬਿਲਿਟੀ ਹੋਈ। 5 ਨਹੀਂ ਆਉਣ ਦੀ ਕਿੰਨੀ ਹੋਊਗੀ? ਪ੍ਰੋਬੇਬਿਲਿਟੀ ਨੋਟ 5। ਠੀਕ ਨਾ, ਉਹ ਕੀ ਹੋਣਾ ਜੀ? 5/6। ਜਿੱਦਾਂ 1 ਚੋਂ ਘਟਾ ਕੇ ਆਉਂਦਾ ਹੁੰਦਾ, 1 ਦੇ ਵਿੱਚ ਘਟਾ ਕੇ ਆਉਂਦਾ ਹੋਣਾ ਨਾ, ਉਹੀ ਬੇਟਾ ਜਿੱਦਾਂ ਮਤਲਬ ਕਿ ਜੀ ਜਿਹੜਾ p ਹੋਣਾ ਉਹ ਕੀ ਬਰਾਬਰ ਹੋਣਾ ਜੀ? ਪ੍ਰੋਬੇਬਿਲਿਟੀ a ਦੀ। ਕਿਉਂ ਕੀ ਹੋਣਾ ਜੀ? ਪ੍ਰੋਬੇਬਿਲਿਟੀ ਕਿਹਦੀ ਜੀ? a ਨਹੀਂ ਹੋਣੀ। a ਕਿਆ ਜੀ? ਨਹੀਂ ਹੋਣ ਦੀ। ਠੀਕ ਹੈ ਨਾ ਜੀ, ਬਸ ਬੇਟਾ ਇਹਦੇ ਨਾਲੇ ਤੁਹਾਡੇ ਸਵਾਲ ਹੋਣੇ ਸਿਰਫ ਇਸ ਫਾਰਮੂਲੇ ਦੇ ਨਾਲ। ਠੀਕ ਨਾ, ਬਾਕੀ ਜਿਹੜਾ ਹੈਂਡ ਹੋਊਗਾ ਤੁਹਾਨੂੰ ਮੈਂ ਨਾਲ ਦੇ ਦਾਂਗਾ। ਠੀਕ ਨਾ, ਹੁਣ ਬੇਟਾ ਤੁਹਾਡਾ ਕੁਐਸਚਨ ਨੰਬਰ ਦੇਖੋ ਜੀ, ਇਹਦਾ ਸੈਕੰਡ ਦੇਖੋ। ਫਸਟ ਤੁਸੀਂ ਆਪੇ ਕਰਨਾ, ਤੁਹਾਨੂੰ ਦੱਸ ਦਿੰਦਾ ਮਾੜਿਆ ਬਾਅਦ ਚ ਉਹ। ਠੀਕ ਨਾ, ਤੁਸੀਂ ਕੀ ਕਰਨਾ ਜੀ? ਕੁਐਸਚਨ ਨੰਬਰ ਸੈਕੰਡ ਦੇਖੋ। ਠੀਕ ਨਾ, ਦੇਖੋ ਬੇਟਾ ਚਲੋ ਮੈਂ ਮਾੜਿਆ ਤੁਹਾਨੂੰ ਇਹ ਵੀ ਦੱਸੇ ਦਿੰਦਾ। ਜਿਹੜਾ ਤੁਹਾਡਾ ਨਾ ਫਸਟ ਵਾ ਕਹਿੰਦਾ ਫੇਅਰ ਕੋਇਨ ਇਜ਼ ਟੋਸ 6 ਟਾਈਮ ਪਲੱਸ ਕਿਹਾ ਜੀ ਇੱਕ ਕੋਇਨ ਹੈਗਾ। ਠੀਕ ਹੈ ਨਾ, ਆਪਾਂ ਨੂੰ ਕਿੰਨੀ ਵਾਰ ਉਛਾਲਿਆ ਜੀ? 6 ਟਾਈਮ ਉਛਾਲਿਆ। ਕਿੰਨਾ ਹੈ ਜੀ? 6 ਟਾਈਮ। ਠੀਕ ਹੈ ਨਾ, ਕਹਿੰਦਾ ਵਾਟ ਇਜ਼ ਦੀ ਪ੍ਰੋਬੇਬਿਲਿਟੀ ਆਫ ਆਬਟੇਨਿੰਗ 4 ਔਰ ਮੋਰ ਹੈਡ। ਦੱਸੋ ਕਹਿੰਦਾ ਕੀ ਪ੍ਰੋਬੇਬਿਲਿਟੀ ਆ ਕਿ ਉਹਦੇ 4 ਜਾਂ 4 ਤੋਂ ਜ਼ਿਆਦਾ ਹੈਡ ਆਉਣਗੇ। ਠੀਕ ਹੈ ਨਾ, ਕਿ ਮਤਲਬ ਕਿਹਾ ਜੀ ਆਪਾਂ ਨੂੰ 6 ਵਾਰ ਉਛਾਲਣਾ ਹੈ ਨਾ, 6 ਵਾਰ ਉਛਾਲਣਾ, 6 ਵਾਰ ਕੁਛ ਤਾਂ ਆਉਣਾ ਹੈ, ਜਾਂ ਹੈਡ ਆਊਗਾ ਜਾਂ ਫਿਰ ਕਿਹਾ ਜੀ ਟੇਲ। ਅਸੀਂ ਇਹ ਪ੍ਰੋਬੇਬਿਲਿਟੀ ਪਤਾ ਕਰਨੀ ਆ ਕਿ ਉਹਦੇ ਵਿੱਚੋਂ 4 ਵਾਰੀ ਹੈਡ ਜਾਂ 4 ਤੋਂ ਜ਼ਿਆਦਾ ਵਾਰੀ ਹੈਡ ਆਉਣਗੇ। ਇਹਦਾ ਮਤਲਬ ਜਿਹੜੀ ਸਾਨੂੰ ਕੋਈ ਪ੍ਰੋਬੇਬਿਲਿਟੀ ਚਾਹੀਦੀ ਆ, ਕਿਹਾ ਜੀ ਪ੍ਰੋਬੇਬਿਲਿਟੀ ਕੀ ਚਾਹੀਦੀ ਆ ਜੀ? ਪ੍ਰੋਬੇਬਿਲਿਟੀ ਚਾਹੀਦੀ ਆ ਸਾਨੂੰ। ਠੀਕ ਹੈ, ਕਿਹਦੀ ਆ ਜੀ? ਹੈਡ ਚਾਹੀਦੇ ਆ ਕਿੰਨੇ ਜੀ? 4 ਜਾਂ 4 ਤੋਂ ਜ਼ਿਆਦਾ। ਹੈਡ ਕਿੰਨੀ ਚਾਹੀਦੀ ਹੈ ਜੀ? 4 ਜਾਂ 4 ਤੋਂ ਜ਼ਿਆਦਾ। ਠੀਕ ਨਾ, ਇਹਦਾ ਮਤਲਬ ਸਾਨੂੰ ਪ੍ਰੋਬੇਬਿਲਿਟੀ ਕਿਹਦੀ ਕਿਹੜੀ ਪੈਣੀ ਹੈ ਜੀ? ਪ੍ਰੋਬੇਬਿਲਿਟੀ ਇੱਕ ਕਿਹਦਾ ਜੀ? ਹੈਡ ਕਿੰਨੇ ਹੋਣ ਜੀ? 4 ਹੈਡ ਹੋਣ। ਠੀਕ ਨਾ, ਪਲੱਸ ਪ੍ਰੋਬੇਬਿਲਿਟੀ ਕਿਹਦੀ ਜੀ? 4 ਤੋਂ ਜ਼ਿਆਦਾ ਵੀ ਉਹਨੇ ਕਿਹਾ ਆ, ਕਿੰਨੇ ਹੋਣ ਜੀ? 5 ਹੈਡ ਹੋਣ। ਪਲੱਸ ਪ੍ਰੋਬੇਬਿਲਿਟੀ ਕਿੰਨੀ ਜੀ? 6 ਹੈਡ ਹੋਣ। ਠੀਕ ਨਾ, ਤਿੰਨਾਂ ਨੂੰ ਜੋੜ ਕੇ ਸਾਡਾ ਆਊਗਾ ਜਿਹੜੇ ਹੈਡ 4 ਹੋਣੇ ਜਾਂ 4 ਤੋਂ ਜ਼ਿਆਦਾ ਹੋਣੇ। ਤਾਂ ਬੇਟਾ ਇਹਨਾਂ ਦੇ ਇਹਦੇ ਨਾਲ ਸਾਨੂੰ ਕੀ ਚਾਹੀਦਾ? ਪਹਿਲੇ ਨੰਬਰ ਤੇ n ਚਾਹੀਦਾ, r ਚਾਹੀਦਾ, p ਚਾਹੀਦਾ, q। ਠੀਕ ਨਾ, ਪਹਿਲੇ ਨੰਬਰ ਤੇ ਬੇਟਾ ਹੈਡ ਟੇਲ ਦਾ ਤਾਂ ਪਤਾ ਹੈ ਤੁਹਾਨੂੰ, p ਵੀ ਕਿੰਨਾ ਹੁੰਦਾ? 1/3 ਤੇ q ਵੀ ਕਿੰਨਾ ਹੁੰਦਾ? ਸੌਰੀ 1/2 ਤੇ q ਵੀ ਕਿੰਨਾ ਹੁੰਦਾ? 1/2। ਠੀਕ ਨਾ, ਤੇ ਬੇਟਾ ਇੱਥੇ ਹੁਣ ਆਪਾਂ ਵੈਲਿਊ ਪੁੱਟ ਕਰ ਦੇਣੀ ਹੈ। ਕਿਸ ਤਰ੍ਹਾਂ ਜੀ? ਚਾਹੇ ਇਹਨੂੰ ਅਲੱਗ-ਅਲੱਗ ਸੋਲਵ ਕਰ ਲਓ, ਚਾਹੇ ਇੱਕੋ ਜਗ੍ਹਾ।
ठीक ना। किस तरह जी, जिदा करना मैं प्रोबेबिलिटी हैड किन्ने होने चाहिए 4 या 4 तो ज़्यादा। हुण जो ये पहला हैड सानू किन्नी चाहिए 4, किन्ने जी 6 तो, यदा मतलब पहला साडा इहदा फार्मूला की लगूगा 6 किन्ना जी 4, ठीक ना। पी दी यानी कि किन्ना है जी, पी किन्ना है साडे कोल 1/2 की पावर किन्नी जी 4 ते 1/2 की पावर किन्नी जी 2। ਉਹੀ 6 ਦੇ ਵਿੱਚ 4 ਘਟਾ ਕੇ ਇੱਥੇ ਲਾਤਾ। ਫਿਰ ਅਗਲੇ ਦਾ ਲਿਖ ਲਓ ਜੀ ਪਲੱਸ ਕਿੰਨਾ ਜੀ 6 ਦੇ ਵਿੱਚੋਂ ਕਿੰਨੇ ਚਾਹੀਦੇ ਜੀ 5, 5 ਚਾਹੀਦੇ ਨਾ, 6 ਦੇ ਵਿੱਚੋਂ 5 ਹੈਡ ਚਾਹੀਦੇ ਆ। ਤੇ ਉਸ ਤੋਂ ਬਾਅਦ ਜੀ 1/2 ਦੀ ਪਾਵਰ ਕਿੰਨੀ ਜੀ 5 ਗੁਣਾ 1/2 ਦੀ ਪਾਵਰ 6 ਚ 5 ਕੱਢੇ 1। ਉਸ ਤੋਂ ਅੱਗੇ ਜੀ ਫੇਰ ਕੀ ਚਾਹੀਦਾ ਨਾਲੇ ਜੀ, ਸਾਨੂੰ ਕੀ ਚਾਹੀਦਾ ਜੀ 6 ਦੇ ਵਿੱਚੋਂ 6 ਹੈਡ ਚਾਹੀਦੇ ਆ, ਠੀਕ ਨਾ। ਤੇ ਪੀ ਕਿੰਨਾ ਹੈ ਜੀ, ਪੀ ਹੈਗਾ ਸਾਡੇ ਕੋਲ 1/2। ਇਹਦੀ ਪਾਵਰ ਕਿੰਨੀ ਜੀ, ਇਹਦੀ ਪਾਵਰ ਹੈਗੀ ਸਾਡੇ ਕੋਲ 6 ਤੇ ਕਿਉਂ ਕਿੰਨਾ ਹੈ ਜੀ 1/2 ਦੀ ਪਾਵਰ ਇਹਦੀ ਕਿੰਨੀ ਹੈ ਜੀ 0। ਇਹਦੀ ਕਿੰਨੀ ਹੈ ਜੀ 0। ਹੁਣ ਤੁਸੀਂ ਇਸ ਚੀਜ਼ ਨੂੰ ਸੋਲਵ ਕਰ ਦੇਣਾ ਅੱਗੇ, ਠੀਕ ਨਾ। ਕਿਸ ਤਰ੍ਹਾਂ ਜੀ, ਪਹਿਲਾਂ ਤਾਂ ਆਹ ਚੀਜ਼ ਸੋਲਵ ਕਰੋ ਜਿਹੜੀ ਇੱਥੇ ਹੈ, ਕਿੰਨਾ ਹੈ ਜੀ 6 × 5, ਠੀਕ ਆ, ਤੇ × 4 ਦਾ ਫੈਕਟੋਰੀਅਲ ਬਟਾ ਕਿੰਨਾ ਜੀ 6 4 ਕੱਢੇ 2, 2 ਦਾ ਫੈਕਟੋਰੀਅਲ ਮਤਲਬ 2 ਗੁਣਾ 1 ਗੁਣਾ 4 ਦਾ ਫੈਕਟੋਰੀਅਲ, ਠੀਕ ਨਾ। ਤੇ ਆਹ ਚੀਜ਼ ਤੁਹਾਡੇ ਕੱਟ ਚਲੋ ਬਾਅਦ ਚ ਕਰਦੇ, ਪਹਿਲਾਂ ਆਹ ਗੱਲ ਹੁਣ ਇਹ ਕਿੰਨਾ ਆਣਾ ਸਾਡੇ ਕੋਲ ਜੀ, ਇਹਦਾ ਮਤਲਬ ਆਹੀ ਆਣਾ ਇੰਟੂ ਕਿੰਨਾ ਕਰਨਾ ਜੀ, ਇਹਨੂੰ 4 × 2 ਮਤਲਬ ਕਿ ਜੀ 1/2 ਤੇ ਅੱਛਾ ਇਹ ਦੋਨੇ ਇੱਦਾਂ ਕਰ ਦਿਓ 1/2 1/2 1/2 1/2 ਗੁਣਾ ਆਹੀ ਜੀ 2 ਵਾਰ ਆਹ 1/2 1/2 ਯਾਨੀ ਕਿ ਕਿੰਨਾ ਜੀ ਆ ਕਰ ਲਓ ਉਹੀ ਮੈਂ ਬਾਅਦ ਅਗਲੀ ਲਿਖਣੇ ਹੀ ਆ ਸਿੱਧੇ। ਕਿੰਨਾ ਜੀ 2 ਦੂਣੀ 4 4 ਦੂਣੀ 8 8 ਦੂਣੀ 16 16 ਦੂਣਾ 32 32 ਦੂਣਾ 64 यानी कि अगली बार साढ़े को इत्थे आ जाओ जी कितना जी 6 का फैक्टोरीयल गुणा 5 का फैक्टोरीयल, थले क्या है जी 5 का फैक्टोरीयल, ठीक है ना। पहले ਇਹਦਾ फैक्टोरीयल गुणा 6 ਚ 5 ਕੱਢੇ 1 ਦਾ फैक्टोरीयल लिखो चाहे ना लिखो, ठीक है ना। ਤੇ ਆ ਤਾਂ ਫਿਰ ਉਹੀ ਆ ਜਾਣਾ, ਪਹਿਲਾਂ 1 ਨੂੰ 2 ਵਾਰ 5 ਵਾਰ ਮਲਟੀਪਲਾਈ ਕਰ ਦੇਣਾ, ਠੀਕ ਨਾ। ਫਿਰ ਆ ਨਾਲ ਆ ਵੀ ਲਿਖ ਦੇਣਾ ਕਿੰਨਾ ਜੀ 6 ਮਤਲਬ ਇਹ ਵੀ ਕਿੰਨਾ ਆ ਜਾਣਾ 1/64, ਠੀਕ ਨਾ। ਇੱਧਰ ਆ ਜਾਓ ਜੀ, ਪਹਿਲਾਂ ਆ ਜਾਣਾ ਸਾਡੇ ਕੋਲ ਗਿਆ ਜੀ 6 ਦਾ ਫੈਕਟੋਰੀਅਲ ਬਟਾ ਜੀ 6 ਚ 6 ਕੱਢੇ 0 ਤੇ 6 ਦਾ ਫੈਕਟੋਰੀਅਲ, ਠੀਕ ਨਾ। ਤੇ ਆ ਫਿਰ ਉਹੀ ਆ ਜਾਣਾ ਕਿੰਨਾ ਜੀ 1/64, ਠੀਕ ਨਾ। ਹੁਣ ਇਸ ਚੀਜ਼ ਨੂੰ ਸੋਲਵ ਕਰ ਲਓ, ਆ ਕੱਟ ਹੋ ਗਿਆ, ਆ ਕੱਟ ਹੋ ਗਿਆ 6 ਨਾਲ 6 ਦਾ ਫੈਕਟੋਰੀਅਲ ਕੱਟ ਹੋ ਗਿਆ, ਆ ਕਿੰਨਾ ਹੋ ਗਿਆ ਜੀ 3, ਠੀਕ ਹੈ। 5 3 15/64 ਉਹੀ ਹੈ ਨਾ 1/64, 2 ਦੂਣੀ 4 4 ਦੂਣੀ 8 8 ਦੂਣੀ 16 16 ਦੂਣਾ 32 32 ਦੂਣਾ 64 ਯਾਨੀ ਕਿ 13/64 ਪਲੱਸ ਆ ਜਾਓ ਜੀ 6/64 ਆ ਕਿੰਨਾ ਆਣਾ ਜੀ 1/64, ਠੀਕ ਨਾ। ਬਾਕੀ ਇਹਨੂੰ ਬੇਟਾ ਜੋੜ ਦੋ, ਕਿੰਨਾ ਆਣਾ ਜੀ ਸਾਡੇ ਕੋਲ ਇਹ 19 19 ਤੇ 1 20/64 ਤੇ ਇਹਨੂੰ ਕਰ ਦੋ ਕਿੰਨਾ ਆਉਂਦਾ ਸਾਡੇ ਕੋਲ ਇਹ 64 ਬੇਟਾ ਦੇਖ ਲਓ ਕੁਝ ਗਲਤ ਤਾਂ ਨਹੀਂ ਹੋਇਆ, ਇਹ ਕਿੰਨਾ ਆਣਾ 5 3 15 ਹੈ ਨਾ। ਤੇ ਇੱਥੇ ਕਿੰਨਾ ਆ ਗਿਆ 6, ਠੀਕ ਹੈ ਜੀ। ਤੇ ਇੱਥੇ ਕਿੰਨਾ ਆਇਆ ਸਾਡੇ ਕੋਲ 6 ਬਣੇ 6 6 ਦਾ ਫੈਕਟੋਰੀਅਲ 6 ਦਾ ਫੈਕਟੋਰੀਅਲ ਤੇ ਇਹ ਵੀ ਕਿੰਨਾ ਆਣਾ ਸਾਡੇ ਕੋਲ 1/64 ਮਤਲਬ ਕਿੰਨਾ ਆ ਗਿਆ 20 ਹਾਂ, ਠੀਕ ਹੈ ਬੇਟਾ। ਆ ਬੇਟਾ 5 3 15 ਆਣਾ ਇੱਥੇ, ਮੈਂ ਕੰਮ ਗਲਤ ਕੀ ਹੋ ਰਿਹਾ 13 ਨਹੀਂ 5 3 15 ਤੇ ਇਹ ਕਿੰਨਾ ਆਣਾ ਸਾਡੇ ਕੋਲ ਹੁਣ 22। ਆਹੀ ਚੀਜ਼ ਬਣਨੀ ਹੈ ਨਾ 64 ਡਿਨੋਮੀਨੇਟਰ ਸੇਮ ਆ, ਕਿੰਨਾ ਆਣਾ ਜੀ 15 + 6 + 1 ਉਹੀ 22/64 ਕੱਟ ਕੇ ਕਿੰਨਾ ਆ ਗਿਆ ਜੀ 11/32 ਆ ਜਾਣਾ ਬੇਟਾ ਇਹਦਾ, ਠੀਕ ਨਾ। ਜੇ ਇਹਨੂੰ ਇਕੱਲਾ ਪੁੱਛਿਆ ਹੁੰਦਾ ਦੱਸੋ ਪ੍ਰੋਬੇਬਿਲਿਟੀ ਕੀ ਆ ਜੀ ਕਿ 6 ਵਿੱਚ 4 ਹੈਡ ਆਣ ਤੇ ਇਕੱਲਾ ਤੁਸੀਂ ਆਹ ਕੱਢ ਦੇਣਾ, ਠੀਕ ਨਾ। ਜੇ ਇਹਨੇ ਪੁੱਛਿਆ ਹੋਵੇ ਇਕੱਲੇ ਹੈਡ 5 ਆਣ ਫਿਰ ਤੁਸੀਂ ਇਕੱਲਾ ਆਹ ਲਿਖ ਦੇਣਾ, ਯਾਨੀ ਕਿ ਜਿਹੜਾ ਪੁੱਛਿਆ ਹੋਊਗਾ ਉਹਦਾ ਲਿਖ ਦੇਣਾ ਤੁਸੀਂ, ਠੀਕ ਨਾ। ਹੁਣ ਬੇਟਾ ਤੋਂ ਅਗਲਾ ਕੁਐਸਚਨ ਦੇਖੋ, ਅਗਲਾ ਜਿਹੜਾ ਸੈਕੰਡ ਕੁਐਸਚਨ ਆ, ਠੀਕ ਨਾ। ਸੈਕੰਡ ਕੁਐਸਚਨ ਦੇ ਵਿੱਚ ਸਾਨੂੰ ਸਮਝਾਉਣਾ ਹੈ, ਜਦੋਂ ਦੇਖੋ ਕੀ ਕਹਿੰਦਾ ਪਿਆ ਜੀ ਉਹ ਕਹਿੰਦਾ ਪਿਆ ਕਹਿੰਦਾ ਡਾਈਜ਼ ਥਰੋ ਕਹਿੰਦਾ 4 ਟਾਈਮ 4 ਵਾਰ ਉਹਨੂੰ ਮਤਲਬ ਜਿਹੜੀ ਲੁੱਡੋ ਵਾਲੀ ਸੀਗੀ ਸਿੱਟੀ ਸੀਗੀ, ਕਹਿੰਦਾ ਗੈਟਿੰਗ ਅ ਨੰਬਰ ਗ੍ਰੇਟਰ ਦੈਨ 2 ਇਹਦੇ ਸੈਸ ਪਲੱਸ ਉਹੀ ਹੈ ਜੇ ਕਹਿੰਦਾ 2 ਤੋਂ ਜ਼ਿਆਦਾ ਨੰਬਰ ਆਉਂਦਾ ਨਾ ਤੇ ਮਤਲਬ ਸਫਲ ਆ, ਉਹ ਕਿਹਾ ਜੀ ਸਫਲ ਆ। ਇਹਦਾ ਮਤਲਬ P ਬਰਾਬਰ ਕਿੰਨਾ ਹੋਣਾ ਹੈ ਜੀ ਕਿ ਜੇ ਸਾਡਾ 2 ਤੋਂ ਜ਼ਿਆਦਾ ਆ ਜਾਂਦਾ ਹੈ, 2 ਤੋਂ ਕੀ ਆ ਜਾਂਦਾ ਜੀ ਜ਼ਿਆਦਾ, ਮਤਲਬ ਕਿੰਨਾ ਜੀ ਦੇਖੋ 6 ਤੱਕ ਹੁੰਦਾ ਯਾਨੀ ਕਿ 2 ਤੋਂ ਜ਼ਿਆਦਾ ਕਿਹਾ ਜੀ 3 4 5 6 ਜੇ ਤਾਂ ਮਤਲਬ 4 ਚੀਜ਼ਾਂ ਆ ਜਾਂਦੀਆਂ ਯਾਨੀ ਕਿ 3 ਆ ਜਾਵੇ 4 ਆ ਜਾਵੇ 5 ਆ ਜਾਵੇ 6 ਫਿਰ ਤਾਂ ਸਫਲ ਹੈ। ਤਾਂ ਮਤਲਬ P ਬਰਾਬਰ ਕਿੰਨੀ ਹੋਊਗੀ ਜੀ 4/6 ਕੱਟ ਕੇ ਕਿੰਨਾ ਆ ਗਿਆ ਜੀ 2/3,
ठीक है ना। और प्लस जे पी एनी आ तो क्यू किन्नी होनी आ, ਉਹੀ एक ਦੇ ਵਿੱਚੋਂ घटा के कितना जी 1/3, 1/3 पी हैगा क्यू हैगा। और एन साडे कोल किन्नी है, जिन्नी वार आपां कीती है, किन्नी कीती है जी 4 टाइम, एन आ गई साडे कोल 4, एन किन्नी आ गई जी 4। हुण बेटा कढना की है, पहले नंबर कहंदा एग्जैक्टली 1 साइज प्लस कहंदा घट्टो मतलब एग्जैक्टली 1 साइज होवे। ਇਹਦਾ मतलब ਜਿਹੜਾ ਇਹਦਾ प्रोबेबिलिटी ਦਾ फार्मूला लगूगा की लगूगा जी, प्रोबेबिलिटी ਕਿਹੜਾ ਜੀ 1 ਦੀ, मतलब 1 साइज ਹੋਵੇ ਉਹਦਾ ਕੀ ਆਣਾ ਜੀ ਉਹੀ ਚਾਰਾਂ ਦੇ ਵਿੱਚੋਂ, ठीक है किन्ने चाहिए 1 ਤੇ ਬਾਕੀ बेटा ਉਹੀ ਕਰ ਦੇਣਾ ਤੁਸੀਂ ਕਿਹਾ जी 2/3 ਦੀ 1 ਤੇ ਇਨਟੂ 1/3 ਦਾ ਕਿੰਨਾ ਹੈ ਜੀ 3 ਜੇ ਕੱਢਿਆ 3। ਇਸ ਚੀਜ਼ ਨੂੰ ਸੋਲਵ ਕਰ ਲੈਣਾ ਸੀ, ठीक है ना। और इस तरह लैस दैन 3 साइज प्लस क्या जी कहता 3 तो घट साइज हो, 3 तो घट, ਇਹਦਾ मतलब ਸਾਨੂੰ ਕਿਹਦੀ ਚਾਹੀਦੀ ਹੈ प्रोबेबिलिटी 0 ਹੋਵੇ ਜਾਂ ਫਿਰ ਕੋਈ ਵੀ ਸਾਈਜ਼ ਨਾ ਹੋਵੇ। ਜਿਹੜੀ प्रोबेबिलिटी ਆ ਕਿਤੋਂ ਚਾਹੀਦੀ ਹੈ ਸਾਨੂੰ, ਕਿਤੋਂ ਆ ਜੀ ਲੈਸ ਦੈਨ 3, यानी कि ਜਾਂ 3 ਤੋਂ ਘੱਟ ਹੋਣੀ, ਜਾਂ 3 ਦੇ नहीं सॉरी 3 ਤੋਂ ਘੱਟੇ ਗਿਆ नहीं, ਲੈਸ ਦੈਨ ਕਿਹਾ ਬਰਾਬਰ नहीं, 3 ਤੋਂ ਘੱਟ। ਇਹਦਾ मतलब प्रोबेबिलिटी ਸਾਨੂੰ 0 ਦੀ ਕੱਢਣੀ ਪਊਗੀ, ठीक है ना। ਤੇ प्रोबेबिलिटी ਕਿਹਦੀ ਕੱਢੂਗੀ 1 ਦੀ, ਤੇ प्रोबेबिलिटी ਕਿਹਦੀ ਕੱਢਣੀ ਪਊਗੀ 2 ਦੀ। ਬਾਕੀ ਫਾਰਮੂਲਾ ਬੇਟਾ ਉਹੀ ਲੱਗਣਾ ਕਿਆ ਜੀ, ਪਹਿਲਾਂ ਤਾਂ ਜੀ ਸਾਡੇ ਕੋਲ ਕੀ ਆਊਗਾ ਜੀ ਚਾਰਾਂ ਦੇ ਵਿੱਚ 0 ਹੋਵੇ ਤੇ ਨਾਲ ਉਹੀ P ਦਾ ਕਿੰਨਾ ਜੀ 0 ਤੇ Q ਦਾ ਕਿੰਨਾ ਜੀ 4, ਫੇਰ 1 ਹੋਵੇ ਯਾਨੀ ਕਿ 4 ਦੇ ਵਿੱਚੋਂ 1 ਹੋਵੇ, P ਦੀ ਪਾਵਰ 1 ਤੇ Q ਦੀ ਕਿੰਨੀ ਜੀ 3, ਫੇਰ ਚਾਰਾਂ ਵਿੱਚੋਂ 2 ਹੋਵੇ, P ਦੀ ਕਿੰਨੀ ਜੀ 2 ਤੇ Q ਦੀ ਕਿੰਨੀ ਜੀ 2। ਬਾਕੀ ਬੇਟਾ ਇਸ ਵੈਲਿਊ ਭਰ ਕੇ ਇਹਨੂੰ ਸੋਲਵ ਕਰ ਦੇਣਾ, ठीक है ना। बस बेटा यही है कि तीजा जो क्वेश्चन वो भी तुम देख लेना, ठीक है ना। तीजे का भी थोड़ा मैं हिंट दे दिना है, ठीक है ना। बाकी करना तुम आप ही आ, ठीक है ना। ठीक है ना, मेन बेटा ਉਹੀ ਆ ਤੁਹਾਡਾ कि पी क्यों ਤੁਹਾਨੂੰ पता लग जाए, बाकी तुम फार्मूला ਉਹੀ लाने ਜਿਹੜਾ ਤੁਹਾਨੂੰ ਦੱਸਿਆ ਆ। ਜਦੋਂ ਕਹਿੰਦਾ 1 ਸ਼ਿਪ ਆਊਟ ਆਫ 10 ਬਾਅਦ ਕਹਿੰਦਾ ਸਨ ਕੋਨ ਏ ਐਵਰੇਜ ਇਨ ਮੇਕਿੰਗ ਅ ਸਰਟਨ ਬॉयਜ਼, ਉਹੀ मतलब ਬॉयਜ਼ ਦੇ ਵਿੱਚ ਜੇ मतलब 10 ਵਿੱਚ ਇੱਕ ਵਾਰ ਕਹਿ ਜੀ ਉਹ ਡੁੱਬ ਜਾਂਦੀ ਆ, ठीक है ना। ਇਹਦਾ ਪ੍ਰਾਈਸ ਦਾ मतलब 9 ਵਾਰੀ ਉਹ ਸੇਫਲੀ ਆ ਜਾਂਦੀ ਆ। ਕਹਿੰਦਾ ਫਾਈਂਡ ਦੀ ਪ੍ਰੋਬੇਬਿਲਿਟੀ ਦੈਟ, ਕਹਿੰਦਾ ਆਊਟ ਆਫ 5 ਸ਼ਿਪ ਕਹਿੰਦਾ 4 ਵੁੱਡ ਕਹਿੰਦਾ ਅਰਾਈਵ ਸੇਫਲੀ, ਉਹੀ ਕਹਿੰਦਾ 5 ਸ਼ਿਪਾਂ ਸੀਗੀਆਂ ਉਹਨਾਂ ਵਿੱਚ ਦੱਸੋ ਕੀ ਪ੍ਰੋਬੇਬਿਲਿਟੀ ਆ ਕਿ 4 ਆ ਜਿਹੜੀ ਉਹਨੇ ਸੇਫਲੀ ਕਿਹਾ ਜੀ ਪਹੁੰਚ ਜਾਣਾ, ठीक है ना। ਇਹਦਾ मतलब ਕੀ ਹੋਇਆ ਬੇਟਾ ਕਿ ਪਹਿਲਾਂ ਸਾਨੂੰ P ਕੱਢਣੀ ਪੈਣੀ, ठीक है ना। ਕਿਉਂ ਦਾ मतलब P ਸੇਫ ਆਣ ਦੀ ਕਿੰਨੀ ਹੈ ਜੀ, ठीक है ना। ਜੇ 10 ਵਿੱਚੋਂ ਇੱਕ ਵਾਰ ਡੁੱਬ ਜਾਂਦੀ ਆ ਇਹਦਾ मतलब ਡੁੱਬਣ ਦੀ ਕਿੰਨੀ ਹੋਗੀ 1/10, ठीक है ना। प्लस क्या जी ਸੇਫਲੀ ਕਿੰਨੀ ਵਾਰ ਆ ਜਾਂਦੀ ਆ 10 ਵਿੱਚੋਂ ਜੇ ਇੱਕ ਵਾਰ मतलब ਰਹਿ ਜਾਂਦੀ ਆ ਤੇ ਪਲੱਸ ਕਿੰਨੀ ਵਾਰ ਆ ਜਾਂਦੀ ਆ 9/10। P ਹੋ ਗਈ ਤੁਹਾਡੀ 9/10, ਕਿਉਂ ਹੋ ਗਈ 1/10। ਹੁਣ ਸਾਨੂੰ ਕਿੰਨੀ ਵਾਰ ਚਾਹੀਦੀ ਆ 4 ਵਾਰ ਸੇਫਲੀ ਚਾਹੀਦੀ ਆ, 4 ਵਾਰ ਕੀ ਚਾਹੀਦੀ ਆ ਸੇਫਲੀ। ਇਹਦਾ मतलब क्या जी प्रोबेबिलिटी ਕਿਹਦੀ ਕੱਢਣੀ ਹੈ ਜੀ ਆਪਾਂ 4 ਦੀ, 4 ਵਾਰ ਉਹ ਕੀ ਹੋਵੇ ਜੀ ਸੇਫ। ਉਹੀ ਕੱਢ ਦੇਣਾ ਬੇਟਾ 5 ਚੋਂ 5 4, ठीक है ना। ਤੇ ਉਸ ਤੋਂ ਬਾਅਦ ਜੀ P ਦੀ ਪਾਵਰ ਕਿੰਨੀ ਜੀ 4 ਤੇ Q ਦੀ ਪਾਵਰ ਕਿੰਨੀ ਜੀ ਉਹੀ ਜੀ 5 ਚੋਂ 4 ਕੱਢਿਆ 1, ਉਹੀ ਲਾ ਦੇਣਾ ਤੁਸੀਂ ਕਿੰਨਾ ਆਣਾ ਜੀ ਇਹ 5 ਫੈਕਟੋਰੀਅਲ 4 ਫੈਕਟੋਰੀਅਲ 4, ठीक है ना, ਇੰਟੂ 1 ਦਾ ਫੈਕਟੋਰੀਅਲ ਤਾਂ ਬੰਦੇ ਰਹਿਣਾ। ਫਿਰ ਅੱਗੇ ਆ ਜਾਓ ਜੀ P ਕਿੰਨਾ ਸੀਗਾ 9/10 ਦੀ ਪਾਵਰ ਕਿੰਨੀ ਜੀ 4 ਤੇ 1/10 ਦੀ ਪਾਵਰ ਕਿੰਨੀ ਜੀ 1, ठीक है ना। ਉਹੀ ਬੜਾ 5 ਕਰਕੇ ਥੱਲੇ 5 0 ਆ ਜਾਣੀਆਂ, ਬਾਕੀ ਉੱਪਰਲੀ ਚੀਜ਼ ਨੂੰ ਤੁਸੀਂ ਸੋਲਵ ਕਰ ਲੈਣਾ, ठीक है ना। ਜਦੋਂ 4 ਨਾਲ 4 ਕੱਟ ਹੋ ਜਾਣਾ, ठीक है। 9 ਨੂੰ 4 5 ਵਾਰ ਗੁਣਾ ਕਰ ਲਓ, ਫਿਰ ਉਹਨੂੰ ਕਿੰਨਾ ਕਰ ਦਿਓ ਜੀ 5 ਨਾਲ, ਤੁਹਾਡਾ ਆਨਸਰ ਸਮਥਿੰਗ ਆ ਜਾਣਾ, ठीक है ना। ਇਹ ਬੇਟਾ ਤੁਹਾਡਾ 3rd ਕੁਐਸਚਨ ਸੀਗਾ, ठीक है ना। ਹੁਣ ਇਸੇ ਤਰ੍ਹਾਂ ਅੱਗੇ ਆਪਣਾ 4th ਕੁਐਸਚਨ ਦੇਖੋ। ਹੁਣ ਬੇਟਾ ਮੈਂ ਜ਼ਿਆਦਾਤਰ ਤੁਹਾਨੂੰ ਹਿੰਟ ਦੇਣੇ ਇਹਦੇ, ठीक है ना, ਕਿਉਂਕਿ ਲਗਭਗ ਸਾਰੇ ਸਵਾਲ ਤੁਹਾਡੇ ਉਸ ਤਰ੍ਹਾਂ ਹੀ ਆ, ठीक है ना। ਜਦੋਂ ਹੁਣ ਅਗਲਾ ਆ, ठीक है ना, ਉਹੀ ਹੈ ਬੇਟਾ ਕਹਿੰਦਾ ਐਫੀਸ਼ੀਐਂਸੀ ਆਫ ਦੀ ਕਹਿੰਦਾ ਸਰਟਨ ਕਹਿੰਦਾ ਬਰੀਡ ਕਹਿੰਦਾ ਲੇ ਐਗਸ ਔਨ ਕਿੰਨਾ ਜੀ 5 ਡੇ ਵੀਕ ਉਹਨੇ ਐਵਰੇਜ, ठीक है ना। ਮੰਨ ਲਓ ਕਿ ਜੀ ਵੀਕ ਦੇ ਵਿੱਚ 5 ਦਿਨ ਆਂਡੇ ਦਿੰਦੀ ਹੈ, ਕਹਿੰਦਾ ਫਾਈਂਡ ਆਊਟ ਦੀ ਹਾਊ ਮੈਨੀ ਡੇਜ਼ ਡੂਰਿੰਗ ਏ ਸੈਸ਼ਨ ਆਫ ਕਿੰਨਾ ਜੀ 100 ਡੇਜ਼, 100 ਡੇਜ਼ ਦੇ ਕਿੰਨੇ ਸੈਸ਼ਨ ਹੈ। ਕਹਿੰਦਾ ਇਹ ਪੋਲਟਰੀ ਕੀਪ ਡੇ ਦੀ 5 ਹੈਂਡਸ ਆਫ ਦੀ ਬਰੀਡ ਵਿਲ ਬੀ ਐਕਸਪੈਕਟਡ ਟੂ ਰਿਸੀਵ ਐਟ ਲੀਸਟ 4 ਐਗ, ਘੱਟੋ ਘੱਟ ਕਿੰਨੇ ਐਗ ਚਾਹੀਦੇ ਜੀ 4 ਐਗ ਚਾਹੀਦੇ ਆ, ਕਿੰਨੇ ਵਿੱਚੋਂ ਜੀ 5 ਵਿੱਚੋਂ, ठीक है ना। ਇਹਦਾ मतलब ਕਿ ਜਿਹੜੇ ਸਾਨੂੰ ਪ੍ਰੋਬੇਬਿਲਿਟੀ ਕਿਹਦੀ ਪਤਾ ਕਰਨੀ ਆ ਕਿ ਜਾਂ ਤਾਂ ਸਾਡੇ ਕੋਲ ਕੀ ਹੋਵੇ ਜੀ 4 ਹੋਵੇ ਜਾਂ 4 ਐਟਲੀਸਟ ਆ ਨਾ, ਇਹਦਾ ਮੈਂ 4 ਜਾਂ 4 ਤੋਂ ਵੱਧ ਹੋਣੀ ਚਾਹੀਦੀ ਆ, 4 ਦੇ ਬਰਾਬਰ ਹੋਵੇ ਜਾਂ 4 ਤੋਂ ਵੱਧ। ਕਿੰਨੀਆਂ ਹੈਗੀਆਂ ਸਾਡੇ ਕੋਲ 5, ਉਹੀ ਬੇਟਾ ਪ੍ਰੋਬੇਬਿਲਿਟੀ ਕਿਹਦੀ ਕੱਢ ਦੇਣੀ ਪਹਿਲਾਂ ਤੁਸੀਂ
4 ਦੀ ਪ੍ਰੋਬੇਬਿਲਟੀ ਕਿਹਦੀ ਜੀ 5 ਦੀ ਦੋਨੇ ਕੱਢ ਕੇ ਤੁਸੀਂ ਜੋੜ ਦੇਣੀ ਐਟਲੀਸਟ 4 ਚਾਹੀਦੇ ਆ ਨਾ ਘੱਟੋ ਘੱਟ ਇਹਦਾ ਮਤਲਬ 5 ਦੀ ਪ੍ਰੋਬੇਬਿਲਟੀ ਤੇ 4 ਦੀ ਠੀਕ ਹੈ ਨਾ ਚਾਹੀ ਕਹਿ ਜੀ ਤੇ 4 ਮਤਲਬ ਉਹਦੇ ਆਂਡੇ ਦੇਣ ਚਾਹੀ ਕਹਿ ਜੀ 5 ਆਂਡੇ ਦੇਣ 5 ਦੇ ਦੇਣਾ ਆਪਣੇ ਠੀਕ ਹੈ ਨਾ ਤੇ ਬਾਕੀ ਬੇਟਾ ਇਹਨੂੰ ਤੁਸੀਂ ਸੋਲਵ ਕਰ ਦੇਣਾ ਕਿੰਨਾ ਜਾਣਾ ਜਿੱਦਾਂ ਇਹਦੇ ਵਿੱਚ ਆ ਜਾਣਾ ਇਹਦੇ ਵਿੱਚ ਕੀ ਆਊਗਾ ਸਾਡੇ ਕੋਲ 5 ਦੇ ਵਿੱਚੋਂ 4 ਠੀਕ ਨਾ ਹੁਣ ਆਪਾਂ ਪੀ ਤੇ ਕਿਉਂ ਲੈਣਾ ਆ ਕਿੰਨਾ ਜੀ ਪੀ ਤੇ ਕਿਉਂ ਹੁਣ ਜਿਹੜਾ ਮਤਲਬ ਵੀਕ ਦੇ ਵਿੱਚ ਕਿੰਨੇ ਦਿਨ ਆਂਡੇ ਦਿੰਦੇ ਉਹ 5 ਦਿਨ ਕਿੰਨੇ ਦਿੰਦੇ ਆ ਜੀ 5 ਦਿਨ ਇਹਦਾ ਮਤਲਬ ਕਿੰਨਾ ਜੀ 5/7 ਪਲੱਸ ਕਿੰਨਾ ਜੀ 2/7 ਉਹ ਹਿਸਾਬ ਨਾਲ ਬੇਟਾ ਇਹਨੂੰ ਤੁਸੀਂ ਸੋਲਵ ਕਰ ਲੈਣਾ ਠੀਕ ਨਾ ਇਹਨੂੰ ਕੀ ਕਰ ਲੈਣਾ ਜੀ ਅੱਗੇ ਤੁਸੀਂ ਸੋਲਵ ਕਰ ਲੈਣਾ ਠੀਕ ਨਾ ਅੱਗੇ ਬੇਟਾ ਹੈਗਾ ਸਾਡੇ ਕੋਲ ਕਹਿੰਦਾ 8.2 ਸੀਗਾ ਤੁਹਾਨੂੰ ਮੈਂ ਪਹਿਲੇ ਦੱਸ ਦਿੱਤਾ ਠੀਕ ਹੈ ਨਾ ਜਿਹੜਾ ਪਹਿਲੇ ਕੁਐਸਚਨ ਨਾਲ ਹੈ ਉੱਥੇ ਕਿੰਨੇ 6 ਕੁਐਸਚਨ ਸੀਗੇ ਇੱਥੇ ਕਿੰਨੇ ਹੈ ਜੀ 8 ਆ ਜਿਹੜਾ 5th ਕੁਐਸਚਨ ਆ ਇੱਥੇ ਕਿੰਨੇ ਹੈ ਜੀ ਆਪਾਂ 8.2 ਕੀਤੀ ਆ ਜਿਹਦੇ ਵਿੱਚ ਕਿਹਦੀ ਪ੍ਰੋਬੇਬਿਲਟੀ ਕਰਨੇ ਕਿੰਨਾ 6 ਹੈਡ ਆਣ 6 ਕਿੰਨੇ ਆਣ ਜੀ ਹੈਡ ਉਹਨੂੰ ਤੁਸੀਂ ਸੋਲਵ ਕਰ ਲੈਣਾ ਠੀਕ ਹੈ ਨਾ ਮਤਲਬ ਕਿ ਜੀ ਆਹ ਚੀਜ਼ ਲੱਗ ਜਾਣੀ ਕਿੰਨਾ ਜੀ 8 ਦੇ ਵਿੱਚੋਂ 6 ਹੈਡ ਆਣ ਉਹੀ ਪੀ ਦੀ 6 ਤੇ ਕਿਉ ਦੀ 2 ਇਸ ਚੀਜ਼ ਨੂੰ ਸੋਲਵ ਕਰ ਲੈਣਾ ਪੀ ਕਿਉ ਹੈਡ ਦੇ ਟੇਬਲ ਵਾਲੇ ਜਿਵੇਂ ਚ ਉਹੀ ਆਉਂਦਾ ਹੁੰਦਾ ਠੀਕ ਨਾ ਅੱਗੇ ਬੇਟਾ ਹੈਗਾ ਸਾਡਾ 6 ਕੁਐਸਚਨ ਕਹਿੰਦਾ ਆਊਟ ਆਫ ਕਹਿੰਦਾ 32 ਫੈਮਲੀਜ਼ ਕਹਿੰਦਾ ਵਿਦ 5 ਚਿਲਡਰਨ ਈਚ ਕਹਿੰਦਾ what percentage would be ਕਹਿੰਦਾ expected to have ਕਹਿੰਦਾ 2 boys and 3 girls ਠੀਕ ਹੈ ਦੇਖੋ ਬੇਟਾ ਉਹ ਕਹਿੰਦਾ ਨਾ ਕਿ 320 ਫੈਮਲੀਆਂ ਆ ਠੀਕ ਨਾ ਕਹਿੰਦਾ ਜਿਹਦੇ ਵਿੱਚ ਕਿੰਨੇ 5 ਚਿਲਡਰਨ ਕਹਿੰਦਾ ਪਰਸੈਂਟੇਜ ਵੁੱਡ ਬੀ ਐਕਸਪੈਕਟਡ ਤੁਸੀਂ ਪਰਸੈਂਟੇਜ ਪਤਾ ਕਰਨੀ ਪਰਸੈਂਟੇਜ ਮਤਲਬ ਬੇਟਾ ਆਪਾਂ ਉਹਨਾਂ ਦੇ ਸਟੂਡੈਂਟ ਦੀ ਜਿਹੜੀ ਹੈ ਨਾ ਪਰਸੈਂਟੇਜ ਉਹ ਪਤਾ ਕਰਨੀ ਕਿੰਨੀ ਹੋਊਗੀ ਕਹਿੰਦਾ 2 boys and 3 girls ਪਹਿਲਾਂ ਪਤਾ ਕਰਨਾ 2 boys ਹੋਣ 3 ਕੀ ਹੋਣ ਜੀ girls ਕਹਿੰਦਾ ਐਟਲੀਸਟ 1 boy ਘੱਟੋ ਘੱਟ ਕਿੰਨਾ ਹੋਵੇ ਜੀ ਇੱਕ boy ਹੋਵੇ ਕਹਿੰਦਾ ਯੂ ਇਕੁਅਲ ਪ੍ਰੋਬੇਬਿਲਟੀ ਫॉर ਦੀ boys and girls ਉਹੀ ਹੈ ਬੇਟਾ boys ਤੇ girls ਦੀ ਪ੍ਰੋਬੇਬਿਲਟੀ ਕਿੰਨਾ ਹੈ ਜੀ ਇਕੁਅਲ ਆ ਇਹਦਾ ਮਤਲਬ ਇਹਦੇ ਸਾਨੂੰ ਦੇ ਦਿੱਤਾ ਕਿ ਪੀ ਵੀ ਬਰਾਬਰ 1/2 ਹੋਣੀ ਆ ਤੇ ਕਿਉ ਵੀ ਬਰਾਬਰ ਕਿੰਨੀ ਹੋਣੀ ਹੈ ਜੀ 1/2 ਯਾਨੀ ਕਿ ਪ੍ਰੋਬੇਬਿਲਟੀ ਆਫ ਕਿਹਦੀ ਜੀ ਬੁਆਈ ਹੁਣ ਕਿ ਦੋਨੇ ਬਰਾਬਰ ਆ ਤੇ ਇਸੇ ਤਰ੍ਹਾਂ ਪ੍ਰੋਬੇਬਿਲਟੀ ਕਿਹਦੀ ਆ ਜੀ ਗਰਲਸ ਦੀ ਉਹ ਵੀ ਕਿੰਨਾ ਜੀ 1/2 ਪੀ ਦੇ ਕਿਉਂ ਆ ਗਿਆ ਹੁਣ ਪਹਿਲਾ ਕੇਸ ਕੀ ਕਹਿੰਦਾ ਬੁਆਇਜ਼ ਕਿੰਨੇ ਹੋਣ ਜੀ 2 ਬੁਆਇਜ਼ ਕਿੰਨੇ ਹੋਣ ਜੀ 2 ਇਹਦਾ ਮਤਲਬ ਪਹਿਲੇ ਦੀ ਪ੍ਰੋਬੇਬਿਲਟੀ ਕੀ ਆ ਜੀ 2 ਬੁਆਏ ਕਿਆ ਹੁਣ ਜੀ 2 ਬੁਆਏ ਇਹਦਾ ਮਤਲਬ 5 ਵਿੱਚੋਂ ਜੇ 2 ਮੁੰਡੇ ਤੇ 3 ਕੁੜੀਆਂ ਦਾ ਆਪੇ ਜਾਣ ਕੇ ਪ੍ਰੋਬੇਬਿਲਟੀ ਉਹ 2 ਬੁਆਏ ਐਂਡ 3 ਗਰਲਸ 3 ਕੀ ਹੋਣ ਜੀ ਕੁੜੀਆਂ ਇਹਦਾ ਮਤਲਬ ਜੇ ਆਪਾਂ ਮੁੰਡਿਆਂ ਦਾ 2 ਦੀ ਪ੍ਰੋਬੇਬਿਲਟੀ ਕੱਢੀਏ ਤਾਂ ਮੈਂ 3 ਕੁੜੀਆਂ ਹੀ ਆ ਬਾਕੀ ਬਚੀਆਂ ਤੇ ਉਹ ਕੱਢ ਦੇਣਾ ਫਿਰ ਕਿੰਨਾ ਜੀ 5 ਦੇ ਵਿੱਚੋਂ 2 ਮੁੰਡੇ ਹੋਣ ਠੀਕ ਨਾ ਉਹੀ ਜੀ 1/2 ਦੀ ਪਾਵਰ 2 ਤੇ 1/2 ਦੀ ਪਾਵਰ 3 ਬਾਕੀ ਬੇਟਾ ਇਹਨੂੰ ਸੋਲਵ ਕਰ ਦੇਣਾ ਠੀਕ ਨਾ ਅੱਗੇ ਕਹਿੰਦਾ ਐਟਲੀਸਟ 1 ਬੁਆਏ ਕਿਆ ਜੀ ਘੱਟੋ ਘੱਟ 1 ਬੁਆਈ ਹੋਵੇ ਕੀ ਹੋਵੇ ਜੀ ਘੱਟੋ ਘੱਟ 1 ਮੁੰਡਾ ਠੀਕ ਨਾ ਹੁਣ ਬੇਟਾ ਇੱਕ ਦਾ ਲੌਂਗ ਮਤਲਬ ਜਿਹੜਾ ਨਾ ਆਪਾਂ ਦੂਜਾ ਕੁਐਸਚਨ ਸਾਡੇ ਕੋਲ ਕਿਆ ਹੈ ਜੀ ਐਟਲੀਸਟ ਕਿੰਨਾ ਜੀ 1 ਬੁਆਈ ਇਹਦੀ ਪ੍ਰੋਬੇਬਿਲਟੀ ਕਰਨੀ ਦੇਖੋ ਬੇਟਾ ਇਹ ਸਾਡੇ ਕੋਲ 2 ਮੈਥਡ ਆ ਇੱਕ ਹੈਗਾ ਲੰਬਾ ਆ ਜਿਹਦੇ ਵਿੱਚ ਜ਼ਿਆਦਾ ਕੈਲਕੂਲੇਸ਼ਨ ਕਰਨੀ ਇੱਕ ਦੇ ਵਿੱਚ ਥੋੜੀ ਕਰਨੀ ਪੈਣੀ ਠੀਕ ਨਾ ਤੁਹਾਨੂੰ ਆਪਣੇ ਪਹਿਲਾਂ ਮੈਂ ਦੱਸਦਾ ਕਰਕੇ ਫਿਰ ਤੁਹਾਨੂੰ ਪਤਾ ਲੱਗ ਜਾਣਾ ਦੇਖੋ ਬੇਟਾ ਘੱਟੋ ਘੱਟ 2 ਮੁੰਡੇ 1 ਮੁੰਡਾ ਹੋਵੇ ਇਹਦਾ ਮਤਲਬ ਕਿ ਅਸੀਂ ਪ੍ਰੋਬੇਬਿਲਟੀ ਕਿਹਦੀ ਕੱਢਣੀ ਆ ਕਿ ਮੁੰਡਾ 1 ਹੋਵੇ 5 ਦੇ ਵਿੱਚੋਂ ਜਾਂ ਫਿਰ ਕਹਿ ਜੀ 2 ਮੁੰਡੇ ਹੋਣ ਠੀਕ ਨਾ ਜਾਂ ਫਿਰ ਕਹਿ ਜੀ ਪ੍ਰੋਬੇਬਿਲਟੀ ਕਿੰਨੇ ਹੋਣ ਜੀ 3 ਮੁੰਡੇ ਹੋਣ ਠੀਕ ਨਾ ਜਾਂ ਫਿਰ ਪ੍ਰੋਬੇਬਿਲਟੀ ਕਿਹਦੀ ਜੀ 4 ਮੁੰਡੇ ਹੋਣ ਠੀਕ ਨਾ ਜਾਂ ਫਿਰ ਪ੍ਰੋਬੇਬਿਲਟੀ ਕਿਹਦੀ ਜੀ 5 ਦੇ 5 ਮੁੰਡੇ ਹੋਣ ਮਤਲਬ ਐਟਲੀਸਟ 1 ਦੀ ਹੋਵੇ ਜੇ 1 ਹੋਇਆ ਤਾਂ ਵੀ 1 ਮੁੰਡਾ ਹੈਗਾ ਜੇ 2 ਆ 3 ਆ 4 ਆ 5 ਜਿਆਦਾ ਆਪਾਂ ਸਾਰਿਆਂ ਨੂੰ ਕੱਢ ਕੇ ਜੋੜ ਦਈਏ ਜਿਆਦਾ ਨਾ ਸਾਰਿਆਂ ਨੂੰ ਕੱਢ ਕੇ ਜੋੜ ਦਈਏ ਠੀਕ ਨਾ ਔਰ ਜਾਂ ਫਿਰ ਇੱਕ ਗੱਲ ਦੇਖੋ ਬੇਟਾ ਜੇ ਅਸੀਂ ਇਹ ਕੱਢ ਦਈਏ ਠੀਕ ਨਾ ਕਿਹਦੀ ਜੀ ਪ੍ਰੋਬੇਬਿਲਟੀ ਕਿਹਦੀ ਜੀ ਪ੍ਰੋਬੇਬਿਲਟੀ ਕੱਢਣੀ ਆਪਾਂ ਕਿੰਨਾ ਜੀ ਬੁਆਇਜ਼ 0 ਦੀ ਬੁਆਇਜ਼ ਕਿੰਨਾ ਹੋਵੇ ਜੀ 0 ਮਤਲਬ ਕੋਈ ਵੀ ਮੁੰਡਾ ਨਾ ਹੋਵੇ ਕੋਈ ਵੀ ਮੁੰਡਾ ਨਾ ਹੋਵੇ ਇਹਦਾ ਮਤਲਬ ਪ੍ਰੋਬੇਬਿਲਟੀ ਕਿਹਦੀ ਕੱਢਣੀ ਹੈ ਜੀ ਆਪਾਂ ਉਹੀ ਜੀ 5 ਦੇ ਵਿੱਚੋਂ ਕੋਈ ਵੀ ਮੁੰਡਾ ਨਹੀਂ ਹੈਗਾ ਠੀਕ ਨਾ ਯਾਨੀ ਕਿ ਕਿੰਨਾ ਜੀ ਇਹ 1/2 ਦੀ 5 1/2 ਦੀ 0 ਬੇਟਾ ਜਿਹਦੀ ਵੀ ਪਾਵਰ 0 ਹੋਣਾ 1 ਹੁੰਦਾ ਇੰਨਾ ਯਾਦ ਰੱਖਣਾ ਇਹਦਾ ਮਤਲਬ ਆ ਤਾਂ ਇੰਨੇ ਆ ਜਾਣਾ 5 ਤੇ 5 ਚ 5 ਕੱਢੇ ਤਾਂ 1 ਆ ਜਾਣਾ 5 ਦਾ ਫੈਕਟੋਰੀਅਲ 5 ਦਾ ਫੈਕਟੋਰੀਅਲ ਉਹੀ 0 ਦਾ ਫੈਕਟੋਰੀਅਲ 5 0 ਕੱਢ ਕੇ ਤਾਂ 1 ਆ ਜਾਣਾ ਤੇ ਆ ਕਿੰਨਾ ਆਣਾ ਜੀ ਉਹੀ
5 ਵਾਰ ਗੁਣਾ ਕਰ ਦੇਣਾ ਇਹਨੂੰ। 2 दूनी 4, 4 दूनी 8, 8 दूनी 16, 16 दूना 32, कितना जी 16 दूना 32, ठीक है ना। ये मतलब सॉल्व करके कितना आ गया 1/32। ये कितना जी 0 ਹੁਣ ਇਹਦਾ ਮੈਂ ਦੇਖੋ ਇਹਦੇ ਵਿੱਚ ਦੇਖੋ 0 ਨੂੰ ਛੱਡ ਕੇ ਬਾਕੀ ਸਾਰੇ ਜੋੜੇ ਹੋਆ। ਇਹਦਾ ਮਤਲਬ ਜੇ ਮੈਂ ਪ੍ਰੋਬੇਬਿਲਿਟੀ ਕੱਢਣਾ ਹੋਵੇ ਕਿਆ ਜੀ ਐਟ ਲੀਸਟ 1 ਬॉय, ਇਹਦਾ ਮਤਲਬ ਜੇ ਮੈਂ ਇੱਕ ਦੇ ਵਿੱਚੋਂ ਪ੍ਰੋਬੇਬਿਲਿਟੀ ਬॉय 0 ਦੀ ਘਟਾ ਦਵਾਂ ਤਾਂ ਇਹੀ ਇਹ ਚੀਜ਼ ਆ ਜਾਣੀ। ਕਿੰਨਾ ਜੀ 1 ਦੇ ਵਿੱਚੋਂ 1/32 ਘਟਾ ਦਿਓ, ਕਿੰਨਾ ਜੀ 31/32, ਠੀਕ ਆ। ਆਨਸਰ ਬੇਟਾ ਤੁਹਾਡਾ ਇੱਦਾਂ ਵੀ ਆ ਜਾਣਾ, ਪਰ ਇੱਧਰ ਕੈਲਕੂਲੇਸ਼ਨ ਤੁਹਾਨੂੰ ਇੰਨੇ ਚੀਜ਼ਾਂ ਦਾ ਕੱਢਣਾ ਪੈਣਾ, ਠੀਕ ਹੈ ਨਾ। ਇਹ ਦੇਖ ਲਈਦਾ ਹੁੰਦਾ ਕਿ ਸਾਨੂੰ ਕਿੱਧਰੋਂ ਸੌਖਾ ਰਹੂਗਾ। ਜੇ ਹੁਣ ਮੰਨ ਲਓ ਨਹੀਂ ਲਿਖਿਆ ਹੋਵੇ ਐਟਲੀਸਟ 2 ਆ, ਕਿੰਨੇ ਹੁਣ ਜਿਹਦੇ ਘੱਟੋ ਘੱਟ ਐਟਲੀਸਟ 2, ਤੁਸੀਂ ਕੀ ਕਰੋਗੇ 2 ਦੀ ਕੱਢੋਗੇ, 3 ਦੀ ਕੱਢੋਗੇ, 4 ਦੀ ਕੱਢੋਗੇ, 5 ਦੀ ਕੱਢੋਗੇ। ਇਹਦਾ ਮਤਲਬ ਤੁਸੀਂ ਕੀ ਕਰੋ ਜੀ ਜਿਹੜੇ ਮਤਲਬ ਪ੍ਰੋਬੇਬਿਲਿਟੀ ਕਿਹਦੀ ਹੈ ਜੀ 0 ਦੀ ਤੇ 1 ਦੀ, ਇਹ ਕੱਢ ਕੇ ਘਟਾ ਦਿਓ, ਬਾਕੀ ਆਹੀ ਬਚ ਜਾਣੀ, ਠੀਕ ਨੇ। ਇਹ ਤਾਂ ਪਤਾ ਕਿ ਜਿੰਨੇ ਵੀ ਐਕਟੀਵਿਟੀ ਸਾਰਿਆਂ ਦਾ ਜੋੜ ਕਿੰਨਾ ਹੁੰਦਾ 1 ਹੁੰਦਾ। 1 ਦੇ ਵਿੱਚੋਂ ਜੇ ਸਾਨੂੰ ਆਹ ਵਾਲੇ ਸਾਰਿਆਂ ਦਾ ਜੋੜ ਚਾਹੀਦਾ ਆ, ਅਸੀਂ ਇੱਧਰਲੇ ਜੇ ਵਾਲਿਆਂ ਦਾ ਜੋੜ ਘਟਾ ਦਾਂਗੇ ਇਹਦੇ ਵਿੱਚ, ਠੀਕ ਹੈ ਨਾ। ਇਸ ਤਰ੍ਹਾਂ ਬੇਟਾ ਲਿਖਣਾ, ਜੇ ਤੁਹਾਨੂੰ ਨਹੀਂ ਮਿਲਣਾ ਤੁਸੀਂ ਆਪ ਹੀ ਪੂਰਾ ਸੋਲਵ ਕਰਕੇ ਵੀ ਕਰ ਸਕਦੇ, ਆਨਸਰ ਤੁਹਾਡਾ ਇੰਨਾ ਹੀ ਆਊਗਾ, ਠੀਕ ਹੈ ਨਾ। ਹਾਂ ਬੇਟਾ ਉਹ ਤੋਂ ਅੱਗੇ ਦੇਖੋ, ਹੁਣ ਅੱਗੇ ਹੈਗਾ ਤੁਹਾਡੇ ਕੋਲ 8th ਕੁਐਸਚਨ ਹੈ ਜੀ, ਠੀਕ ਹੈ ਨਾ। ਦੀ ਚਾਂਸਸ ਆਫ ਕੈਚਿੰਗ ਕਹਿੰਦਾ ਕੋਲਡ ਬਾਏ ਵਰਕਰ ਵਰਕਿੰਗ ਇਨ ਏ ਆਈਸ ਫੈਕਟਰੀ ਡੂਰਿੰਗ ਦੀ ਵਿੰਟਰ, ਕਹਿੰਦਾ 20% ਆ। ਵਾਟ ਇਜ਼ ਦੀ ਪ੍ਰੋਬੇਬਿਲਿਟੀ ਦੈਟ, ਕਹਿੰਦਾ 5 ਵਰਕਰ, ਕਹਿੰਦਾ 4 or more will be catch cold। ਉਹੀ ਆ ਬੇਟਾ ਕਿ ਮਤਲਬ ਕਿਆ ਜੀ, ਕਹਿੰਦਾ ਨਾ ਫੈਕਟਰੀ ਆਈਸ ਫੈਕਟਰੀ ਵਿੱਚ 5 ਬੰਦੇ ਮਤਲਬ ਕੰਮ ਕਰਦੇ ਆ, ਠੀਕ ਨਾ। ਉਹਨਾਂ ਦੇ ਜਿਹੜੇ ਆ ਨਾ ਮਤਲਬ ਕੋਲਡ ਦੇ, ਉਹਨਾਂ ਨੂੰ ਮਤਲਬ ਬੁਖਾਰ ਜਿਹੜਾ ਕੋਲਡ ਹੋਣ ਦੇ ਆ, ਠੀਕ ਆ, ਬੁਖਾਰ ਹੋਣ ਦੇ ਵਿੰਟਰ ਦੇ ਵਿੱਚ ਕਿੰਨੇ ਆ ਜੀ 20% ਚਾਂਸਸ ਆ। ਇਹਦਾ ਮਤਲਬ ਕਿਆ ਜੀ ਸਾਡੇ ਕੋਲ ਪੀ ਕਿੰਨਾ ਹੋ ਗਿਆ 20%, ਪੀ ਕਿੰਨਾ ਹੋ ਗਿਆ ਜੀ 20%। ਮੰਨ ਲਓ ਜਾਂ ਆਪਾਂ ਲਿਖ ਦੋ 20/100, ਮਤਲਬ ਕਿੰਨਾ ਜੀ 1/5, ਔਰ ਕਿਉਂ ਕਿੰਨਾ ਹੋਊਗਾ ਫਿਰ 4/5, ਕਿਉਂ ਕਿੰਨਾ ਹੋਣਾ 4/5। ਤੇ ਅਸੀਂ ਪ੍ਰੋਬੇਬਿਲਿਟੀ ਕਿਹਦੀ ਪਤਾ ਕਰਨੀ ਹੈ, ਪ੍ਰੋਬੇਬਿਲਿਟੀ ਪਤਾ ਕਰਨੀ ਹੈਗੀ 5 ਵਰਕਰਾਂ ਦੇ ਵਿੱਚ 4 ਜਾਂ 4 ਤੋਂ ਜ਼ਿਆਦਾ। ਇਹਦਾ ਮਤਲਬ ਪ੍ਰੋਬੇਬਿਲਿਟੀ ਪਤਾ ਕਰਨੀ ਹੈਗੀ ਆਪਾਂ 4 ਜਾਂ 4 ਤੋਂ ਜ਼ਿਆਦਾ, 4 ਜਾਂ 4 ਤੋਂ ਜ਼ਿਆਦਾ ਹੋ, ਠੀਕ ਨਾ। ਇਹਦਾ ਮਤਲਬ ਕੀ ਬਣਿਆ ਜੀ ਪ੍ਰੋਬੇਬਿਲਿਟੀ ਕਿਹਦੀ ਪਤਾ ਕਰਨੀ ਆ, ਪ੍ਰੋਬੇਬਿਲਿਟੀ 4 ਦੀ, ਪ੍ਰੋਬੇਬਿਲਿਟੀ 5 ਦੀ, ਦੋਨਾਂ ਨੂੰ ਜੋੜਨਾ। ਜਿਹੜਾ ਜੀ ਪ੍ਰੋਬੇਬਿਲਿਟੀ 4 ਜਾਂ 4 ਤੋਂ ਜ਼ਿਆਦਾ 5 ਹੋਣ, ਜਾਂ ਤਾਂ 4 ਹੋਣ, ਜਾਂ ਫਿਰ ਕਿਹਾ ਜੀ 5 ਦੇ 5, ਠੀਕ ਨਾ। ਉਸ ਤੋਂ ਬਾਅਦ ਬੇਟਾ ਅੱਗੇ ਕੁਐਸਚਨ ਤੁਹਾਡਾ 8 ਤੋਂ ਬਾਅਦ, ਠੀਕ ਨਾ। ਇਹਨੂੰ ਬਾਕੀ ਸੋਲਵ ਕਰ ਦੇਣਾ ਬੇਟਾ ਜਿੱਦਾਂ ਕਰਦੇ ਹਾਂ ਆਪਾਂ। ਪੀ ਹੈਗਾ ਆ, ਕਿਊ ਹੈਗਾ ਸਾਡੇ ਕੋਲ, ਠੀਕ ਨਾ। ਅੱਗੇ ਬੇਟਾ ਹੈਗਾ ਤੁਹਾਡਾ 8 ਤੋਂ ਬਾਅਦ ਕਿਹੜਾ ਜੀ 9th ਕੁਐਸਚਨ ਆ, ਠੀਕ ਨਾ। ਕਹਿੰਦਾ ਇਹਨਾਂ ਐਕਸਪੈਰੀਮੈਂਟ ਕਰਨਾ ਟਵਾਈਸ ਐਨੀ, ਕਹਿੰਦਾ ਸਟੂਡੈਂਟ ਕਹਿੰਦਾ ਟਵਾਈਸ ਐਜ਼ ਮੈਨੀ ਟਾਈਮ, ਕਹਿੰਦਾ ਐਜ਼ ਇਜ਼ ਫੇਲ। ਉਹੀ ਆ ਬੇਟਾ ਕਹਿੰਦਾ ਨਾ ਕਿਸੇ ਐਕਸਪੈਰੀਮੈਂਟ ਦੇ ਸਫਲ ਹੋਣ ਦੀ ਕਿੰਨਾ ਹੈ ਜੀ, ਜਿੰਨਾ ਫੇਲ ਹੋਣ ਦਾ ਆ ਉਹ ਤਾਂ ਟਵਾਈਸ ਆ, ਠੀਕ ਨਾ। ਕਹਿੰਦਾ ਫਾਈਂਡ ਦੀ ਚਾਂਸਸ ਦੈਟ, ਕਹਿੰਦਾ 6 ਟ੍ਰਾਇਲ, ਕਹਿੰਦਾ देयर विल बी एट लीस्ट 6 ट्रायल्स। ਉਹੀ ਆ ਬੇਟਾ ਕਿ ਜਿਹੜਾ ਮਤਲਬ ਹੈ ਨਾ ਕਿ ਜਿਹੜਾ ਸਾਡੇ ਕੋਲ ਐਕਸਪੈਰੀਮੈਂਟ ਆ, ਇੱਕ ਉਹਦੇ ਸਾਡੇ ਕੋਲ ਪਾਸ ਹੋਣ ਦੇ ਆ, ਇੱਕ ਕਿਹਾ ਜੀ ਫੇਲ ਹੋਣ ਦੀ ਪ੍ਰੋਬੇਬਿਲਿਟੀ ਦਿੱਤੀ ਹੋਈ, ਕਿਹਾ ਜੀ ਪਾਸ ਹੋਣ ਦੀ ਤੇ ਫੇਲ ਹੋਣ ਦੀ, ਠੀਕ ਨਾ। ਉਹ ਕਹਿੰਦਾ ਪਾਸ ਹੋਣ ਦੀ ਆਪਾਂ ਰੱਖ ਲੈਂਦੇ P, ਫੇਲ ਹੋਣ ਦੀ ਆਪਾਂ ਰੱਖ ਲੈਂਦੇ Q, ਠੀਕ ਨਾ। ਤੇ ਉਹ ਕੀ ਕਹਿੰਦਾ ਆ, ਕਹਿੰਦਾ ਜਿਹੜੀ ਹੈ ਨਾ ਪਾਸ ਹੋਣ ਦੀ ਆ ਮਤਲਬ ਸਫਲ ਹੋਣ ਦੀ ਆ, ਉਹ ਫੇਲ ਹੋਣ ਨਾਲੋਂ ਕਿਹਾ ਜੀ ਟਵਾਈਸ ਆ, ਮਤਲਬ 2 ਗੁਣਾ ਆ। ਇਹਦਾ ਮਤਲਬ ਜੇ ਫੇਲ ਹੋਣ ਦੀ 1 ਵਾ ਤੇ ਪਾਸ ਹੋਣ ਦੀ ਕਿੰਨੀ ਹੋਊਗੀ ਜੀ 2। ਫੇਲ ਹੋਣ ਦੀ 1 ਵਾ ਤੇ ਪਾਸ ਹੋਣ ਦੀ ਕਿੰਨੀ ਹੋਣੀ ਆ ਜੀ 2 ਹੋਣੀ ਆ, ਉਹ ਤਾਂ ਦੁੱਗਣੀ ਹੋਣੀ ਆ। ਇਹਦਾ ਮਤਲਬ ਫੇਲ ਹੋਣ ਦੀ ਕਿਉਂ ਕਿੰਨੀ ਆ ਗਈ 1/3, ਆਹੀ ਰੇਸ਼ੋ ਹੋਣਾ ਇਹਨਾਂ ਦਾ। ਤੇ ਆ ਕਿੰਨੀ ਹੋਣੀ ਜੀ 2/3, ਯਾਨੀ ਕਿ ਜਿੰਨੀ ਆ ਹੈਗੀ ਆ ਇਹ ਇਹਦੀ ਕਿਹਾ ਜੀ ਦੁੱਗਣੀ ਆ, ਠੀਕ ਨਾ। ਉਹਦੀ ਕਿਹਾ ਜੀ ਇਹ 1/3 ਆ ਤੇ 2 ਕਿੰਨਾ ਜੀ 3 ਆ, ਜਿਹੜੀ ਕਿ 2:1 ਦੀ ਇਹਨਾਂ ਦੀ ਮਤਲਬ ਰੇਸ਼ੋ ਆ, ਠੀਕ ਨਾ। ਅੱਗੇ ਬੇਟਾ ਕਹਿੰਦਾ ਦੱਸੋ ਕੀ ਆ ਜੀ ਕਿ ਮੰਨ ਲਓ 6 ਟ੍ਰਾਇਲ ਕੀਤੇ ਕਿ ਉਹਦੇ ਐਟਲੀਸਟ 5 ਕਿਆ ਕਹਿੰਦਾ ਜੀ ਉਹਨਾਂ ਦੇ ਸਫਲ ਹੋ ਜਾਣ। ਬੇਟਾ ਉਹੀ ਆ, ਤੁਸੀਂ ਪ੍ਰੋਬੇਬਿਲਿਟੀ ਪਤਾ ਕਿਹਦਾ ਕਰਨਾ ਹੈ ਜੀ ਐਟ ਲੀਸਟ ਕਿੰਨਾ ਹੈ ਜੀ 6 ਆ ਕਿ ਬੇਟਾ ਨਹੀਂ 5 ਆ, ਕਿੰਨਾ ਹੈ ਜੀ 5, ਘੱਟੋ ਘੱਟ 5 ਹੋ। ਇਹਦਾ ਮਤਲਬ ਬੇਟਾ ਜਿਹੜੀ ਪ੍ਰੋਬੇਬਿਲਿਟੀ ਕੱਢਣੀ ਹੈ ਕਿਹਦੀ ਹੈ ਜੀ 5 ਦੀ ਪਲੱਸ ਪ੍ਰੋਬੇਬਿਲਿਟੀ ਕਿਹਦੀ ਜੀ 6 ਦੀ, ਉਹੀ ਜੀ ਯਾਨੀ ਕਿ 6 ਦੇ ਵਿੱਚ 5 ਹੋ ਜਾਣ, ਠੀਕ ਨਾ। ਯਾਨੀ ਕਿ P ਦਾ 5 ਤੇ Q ਦਾ ਉਹੀ ਜੀ 2 ਪਲੱਸ 6 ਦੇ ਵਿੱਚੋਂ 6 P ਦਾ 6 ਤੇ Q ਦਾ
0। ठीक है जी। हाँ जी बेटा, अगे है ਤੁਹਾਡੇ ਕੋਲ 11th क्वेश्चन बेटा, ਇਹ ਵੀ ਇਹਦੇ ਨਾਲ ਦਾ ਹੀ ਆ। ठीक है ना, कि मतलब प्रोबेबिलिटी ऑफ फेल दी दी हो बेटा, फेलर इन केमिस्ट्री प्रैक्टिकल एग्जामिनेशन कितना 60%। ठीक है ना, तो बेटा देखो सानू इतने फेल दी दी हो, यदा मतलब साढ़े को दो चीज़ा हो गई, एक तो जो प्रैक्टिकल होना वो पास होना है, तो एक होना जी फेल। ठीक है ना, जो सू फेल की उन्हें प्रोबेबिलिटी दी हो कि हो जी 60% आ, 60/100 मतलब 3/10। ठीक है ना, ये मतलब पास की कितनी होगी फिर 7/10, सॉरी 3/5 आना है, कितना आना 3/5, तो पास की कितनी आनी फिर 2/5। ठीक है ना, हुण बेटा असीं पहले देखना कि सानूं पुछया कि उहदे हिसाब नाल पी क्यों मनना, ये नहीं कि पास नूं हमेशा पी मान लेना या क्यों मान लेना। जिद्दां अगे देखो की कहंदा इफ दी 125 बैचेस ऑफ 5 स्टूडेंट ईच टेक दी एग्जामिनेशन इन हाउ मैनी बैचेस 3 और मोर स्टूडेंट विल बी पास। हुण सानूं नहीं पास दी पुछी हो, किहदी पुछी हो पास दी, ਇਹਦਾ मतलब पास वाला साडा की हो गया जी पी, दूजे वाला की हो गया जी क्यू, फेल होने का की हो गया जी क्यू। हुण बेटा देखो किन्ने साडे कोल एन किन्नी आ, एन हैगे 5। ठीक है ना, उन्हें प्रोबेबिलिटी किहदी पुछी हुई है 3 और मोर स्टूडेंट भी पास। असीं प्रोबेबिलिटी किहदी पता करनी है जी 3 या 3 तो ज़्यादा, 3 और मोर, 3 होनी या 3 तो ज़्यादा होन। फिर वही है बेटा प्रोबेबिलिटी कितना है जी, प्रोबेबिलिटी 3 दी, प्रोबेबिलिटी 4 दी, प्रोबेबिलिटी 5 दी, तिन्ना दी करना। ये बेटा प्रोबेबिलिटी आनी थोड़ी की आनी है जी प्रोबेबिलिटी। हुण देखो बेटा ने पुछया की आ, पुछया सानू नहीं हैगा आ कितने बेटा केमिस्ट्री प्रैक्टिकल 5 स्टूडेंट, कहते ने हाउ मैनी बैचेस। हाँ जी बेटा जो है ना सानू ये पुछया है वो पुछया है नंबर ऑफ बैचेस पुछया है, नंबर ऑफ की पुछया है जी बैचेस। ठीक ना, तो बेटा जो है ना आह वाला सीगा पहला वीडियो पिछे रोक गए थे, इस करके मैं इतने करता सीगा, तो मैं हुण पहला किया यही समझा देना। जिद्दां इहदे विच आपां 3 तो ज़्यादा की प्रोबेबिलिटी कढ लैनी। ठीक ना, वो बेटा प्रोबेबिलिटी आनी, जे सानू नंबर ऑफ बैचेस पूछा होवे ना तो असीं की करना, जिहड़ी इहदी प्रोबेबिलिटी आनी है ना, जिहड़ी इहदी की आनी है जी प्रोबेबिलिटी आनी आ। ठीक ना, ਉਹਨੂੰ ਆਪਾਂ ਜਿਹੜੇ ਸਾਡੇ ਕੋਲ ਨੰਬਰ ਆਫ ਬੈਚਿਸ n ਆ, ਨੰਬਰ ਆਫ ਬੈਚਿਸ ਕਿੰਨੇ ਦਿੱਤੇ 125 ਆ ਨਾ, ਇਹਨਾਂ ਮਲਟੀਪਲਾਈ ਕਰ ਦੇਣਾ, ਇਹਨਾਂ ਕੀ ਕਰ ਦੇਣਾ ਜੀ ਮਲਟੀਪਲਾਈ ਕਰਕੇ ਉਹ ਤੁਹਾਡਾ ਨੰਬਰ ਆਫ ਬੈਚਿਸ ਆ ਜਾਣਾ ਜਿਹੜੇ ਮਤਲਬ ਕਿ ਸਾਡੇ ਕੋਲ ਕਲੀਅਰ ਹੋਣੇ ਆ। ਠੀਕ ਨਾ, ਔਰ ਇਸੇ ਤਰ੍ਹਾਂ ਬੇਟਾ ਤੁਹਾਡਾ 12th ਕੁਐਸਚਨ ਆ। ਠੀਕ ਨਾ, 12th ਕੁਐਸਚਨ ਦੇ ਵਿੱਚ ਕਿਹਾ ਜੀ ਉਹਨੇ ਦਿੱਤਾ ਹੈ ਕਿ ਜੂਨ ਮਹੀਨੇ ਦੇ ਵਿੱਚ 12 ਦਿਨ ਮੀਂਹ ਪੈਂਦਾ ਆ। ਠੀਕ ਨਾ, ਤੇ ਪਲੱਸ ਇਹਦਾ ਮਤਲਬ 12 ਦਿਨ ਮੀਂਹ ਪੈਂਦਾ ਤੇ ਬਾਕੀ ਦਿਨ ਕੀ ਰਹਿੰਦੇ ਆ ਡਰਾਈ ਰਹਿੰਦੇ ਆ। ਠੀਕ ਨਾ, ਇਹਦਾ ਮਤਲਬ ਜੇ ਆਪਾਂ ਰੇਨਿੰਗ ਦੀ ਮਤਲਬ ਪ੍ਰੋਬੇਬਿਲਿਟੀ ਕੱਢਣੀ ਹੋਵੇ ਕਿੰਨਾ ਆਣਾ ਜੀ 2/5, मतलब 12/30, 12/30 ਨੂੰ ਸੋਲਵ ਕਰੂੰਗੇ तो कितना आना जी 6 दूनी 12, 5 6 5 30, 2/5। तो ड्राई की मतलब जिद्दन नहीं पैनी उदन कितना होना फिर 3/5। ठीक ना, हुण सानू उन्हें प्रोबेबिलिटी किहदी पुछी होगा, सानू बेटा प्रोबेबिलिटी पुछी हैगी उन्हें, कहंदा दी फर्स्ट 4 डे विल बी ड्राई एंड दी रिमेनिंग 3 डे कहंदा क्या जी बैड। ਉਹੀ मतलब क्या जी, मतलब क्या जी कि 4 दिन ड्राई रहन, 3 दिन की पै मीह जी। ਇਹਦਾ मतलब ਅਸੀਂ ਕੀ ਕਰਨਾ 7 ਦੇ ਵਿੱਚੋਂ 3 दिन मीह दे, पी क्या जी साढ़े को मतलब रेन पैन का मतलब मीह पैन का कितना जी 2/5, क्यों कितना जी 3/5, उस हिसाब नाल क्या जी पी की पावर 3, क्यों की पावर 4। ठीक है ना, तो प्लस क्या जी उन्होंने अगे इस तरह सॉल्व कर देना आप। ठीक है ना, और अगला बेटा ये कहना सैकंड क्वेश्चन कहता देयर विल बी रेन ऑन अल्टरनेट डेज। वही है कि अल्टरनेट डेज का मतलब हैगा कि प्रोबेबिलिटी करनी है पहले दिन 4 दिन मतलब ये मीह किन्ने होवे जी, रेन किन्ने होवे जी 4 दिन। ठीक है ना, और या फिर की होवे जी रेन होवे 3 दिन, कितना होवे जी 3 दिन। ठीक है ना, तो बेटा उस हिसाब नाल फिर तुसीं इहनूं सॉल्व कर देना हैगा। ठीक है ना, कि मतलब जिन्ना भी साडे कोल आना हैगा आ किस तरह आना इहदे विच साडे कोल। ठीक है ना बेटा, कि ਇਹਦੇ ਵਿੱਚ ਆਪਾਂ ਕੀ ਕਰ ਦੇਣਾ ਅਲਟਰਨੇਟਿਵ ਜਿੱਥੇ ਮਤਲਬ ਪਹਿਲਾਂ 3 ਦਿਨ ਦੀ ਰੇਨਿੰਗ ਸੀਗੀ। ਠੀਕ ਹੈ ਨਾ, ਇੱਥੇ ਕੀ ਕਰ ਦੇਣਾ ਆਪਾਂ 4 ਦਿਨ ਰੇਨ ਦੇ ਕਰ ਦੇਣੇ, ਤੇ ਡਰਾਈ ਕਿੰਨੇ ਕਰ ਦੇਣੇ ਹੈਗੇ ਆਪਾਂ, ਡਰਾਈ ਕਰ ਦੇਣੇ ਹੈਗੇ 3 दिन। फिर उस हिसाब नाल कर देना रेन वाले किन्ने 7 चों 4। ठीक ना, प्लस क्या जी वही 2/5 का कितना जी 4, 3/5 का कितना जी 3। फिर एक चीज़ सॉल्व कर देना। ठीक है ना, इस तरह बेटा जो है थर्ड कहना एग्जैक्टली 3 दिन बैट वही है बेटा कि मतलब क्या जी 3 दिन मीह पैंदा रहे, ये बेटा पहला वाला ही आ जाना, वो यही सीगा कि 3 दिन की होवे जी मीह कला एग्जैक्टली 3 दिन। फिर इस चीज़ को सॉल्व कर देना। ठीक है ना, यानी कि जो तीजा पोर्शन होना है वह आंसर की होना जी पहला वाला ही आ जाना कि एग्जैक्टली 3 दिन क्या जी मीह पवे।
ठीक है ना, रेनिंग वाले, ठीक है ना। उस तो बेटा अगे है ਤੁਹਾਡਾ बेटा 13 क्वेश्चन, ठीक है ना। 13 क्वेश्चन बेटा ਤੁਸੀਂ ਆਪ करना। कहना 5 men in a group of graduate, मतलब 5 ਬੰਦੇ क्या जी ग्रेजुएट आ, 5 ਬੰਦੇ क्या जी ग्रेजुएट। ਇਹਦਾ मतलब P बराबर कितनी आऊगी जी 5/20, ठीक है ना। फिर बाकी फिर ਇਹ ਕਿੰਨਾ ਆਣਾ ਸਾਡੇ ਕੋਲ 1/4, और क्यों कि आ जाने जिन्ने ग्रेजुएट नहीं आ, मतलब कितना 3/4। कहना इफ 3 men are picked out, कहना B at random, कहना what is the probability that, कहना all are graduate, मतलब इन्हां विच 3 ਬੰਦੇ ਕੱਢੇ बीहां चों, कहना दसो की प्रोबेबिलिटी आ 3 ਦੇ 3 क्या जी ग्रेजुएट आ। ਇਹਦਾ मतलब ਜਿਹੜੇ 3 ਬੰਦੇ ਕੱਢੇ ਆ ਸਾਨੂੰ क्या जी 3 ਬੰਦੇ ਕੱਢੇ ਆ, ਇਹਦਾ मतलब 3 ਦੇ 3 ਸਾਨੂੰ ग्रेजुएट ਚਾਹੀਦੇ ਆ। मतलब क्या जी 1/4 ਦੀ ਪਾਵਰ 3 ਤੇ 3/4 ਦੀ ਪਾਵਰ 1, सॉरी ਇਹ 3 ਦੇ 3 ਚਾਹੀਦੇ ਆ, 3 ਤੇ ਇਹਦੀ ਪਾਵਰ ਕਿੰਨੀ ਹੋਣੀ ਜੀ 0, ਠੀਕ ਹੈ ਨਾ। ਅੱਗੇ ਵਿੱਚ ਕੀ ਕਹਿੰਦਾ ਹੈ ਉਹ, ਕਹਿੰਦਾ ਵਾਟ ਇਜ਼ ਦੀ ਪ੍ਰੋਬੇਬਿਲਿਟੀ, ਕਹਿੰਦਾ ਲੀਸਟ 1 ਬਿੰਗ ਵੀ ਗ੍ਰੈਜੂਏਟ, ਕਹਿੰਦਾ ਘੱਟੋ ਘੱਟ 1 ਗ੍ਰੈਜੂਏਟ ਹੋਵੇ, ਘੱਟੋ ਘੱਟ 1 ਗ੍ਰੈਜੂਏਟ। ਜਾਂ ਫਿਰ ਤੁਸੀਂ ਇਹਦਾ ਇਹ ਕਰ ਸਕਦੇ ਕਿਆ ਜੀ ਪ੍ਰੋਬੇਬਿਲਿਟੀ 1 ਦੀ, ਠੀਕ ਹੈ ਨਾ, ਪਲੱਸ ਪ੍ਰੋਬੇਬਿਲਿਟੀ 2 ਦੀ ਪਲੱਸ ਪ੍ਰੋਬੇਬਿਲਿਟੀ 3 ਦੀ, ਠੀਕ ਹੈ ਨਾ। ਜਾਂ ਫਿਰ ਉਹੀ ਪ੍ਰੋਬੇਬਿਲਿਟੀ 0 ਦੀ ਕੱਢ ਕੇ 1 ਚੋਂ ਘਟਾ ਦਿਓ, ਉਹ ਆ ਜਾਣਾ ਤੁਹਾਡੇ, ठीक है ना। इसी तरह बेटा हैगा 14वां क्वेश्चन आ, कहना पेरो डाइस थ्रो, कहना 7 टाइम, कहना गेटिंग ए टोटल ऑफ 9 इन कंसीडर्ड, कहना व्हाट इज द प्रोबेबिलिटी ऑफ दी मस्ट, कहना 6 सक्सेसिस। वही है बेटा कि मतलब 7 बार उन्हें डाई सिटियां है, कितनी सिटियां जी 7 बार। कहना दसो की प्रोबेबिलिटी आ कि जेड़ी है ना, मतलब क्या जी 7 ਦੇ ਵਿੱਚੋਂ ਵੱਧ ਤੋਂ ਵੱਧ 6 ਵਾਰ, ਵੱਧ ਤੋਂ ਵੱਧ 6 ਵਾਰ, ठीक है ना, यानी कि 6 होवे ਜਾਂ 6 ਤੋਂ ਘੱਟ ਹੋਵੇ, टोटल कितना होवे 9 आऊगा। यानी कि ਜਿਹੜੀਆਂ 2 डाई सिटियां ਸੀਗੀਆਂ, एक डाई जी ले लेने, एक ले लेने B, और ये सानू पता है टोटल केस किन्ने बनने हैं जी, टोटल केस बनने हैं 6 × 6 कितना जी 36, ठीक है ना। और सानू किन्ने चाहिए जी जोड़ P किन्ना चाहिए, मतलब P ਦੇ ਵਿੱਚ ਅਸੀਂ जोड़ 9 चाहिए ना, आह चांसेस हो सकते हैं 3 6 6 3 4 5 5 4 आ चांसेस हो सकते हैं। कुल 36 आ, ਇਹਦੇ ਆਉਣ ਦੇ ਚਾਂਸਸ ਕੀ ਆ 1 2 3 4, ਠੀਕ ਹੈ ਨਾ। ਯਾਨੀ ਕਿ ਟੋਟਲ 9 ਆਉਣ ਦੇ ਚਾਂਸਸ ਕੀ ਆ, ਆਹ ਵਾਲੇ ਜੇ ਮਤਲਬ ਦੋ ਇੱਥੇ 3 ਆ ਜਾਵੇ ਤੇ 6 ਆ ਜਾਵੇ, ਜਾਂ ਇੱਥੇ 6 ਆ ਜਾਵੇ ਇੱਥੇ 3 ਆ ਜਾਵੇ, ਇੱਥੇ 4 ਆ ਜਾਵੇ ਤੇ 5 ਆ ਤੇ 5 ਆਹੀ ਇਹਦੇ ਵਿੱਚ 9 ਬਣਦਾ ਟੋਟਲ। ਇਹਦਾ ਮਤਲਬ P ਬਰਾਬਰ ਆ ਗਿਆ ਸਾਡਾ 9/36 ਬਰਾਬਰ 1/4, ਕਿੰਨਾ ਆ ਗਿਆ ਜੀ 1/4। ਉਸ ਤੋਂ ਬਾਅਦ ਬੇਟਾ फिर अगे की है साढ़े को टोटल 36 आ, ठीक है, 9/1/4 आ गया। ये मतलब क्यों बराबर कितना आ गया 3/4। तो हम बेटा आप प्रोबेबिलिटी कितना है, कहना व्हाट इज दी प्रोबेबिलिटी ऑफ एट, कहना मोस्ट कहना 6 प्लस क्या ਵੱਧ ਤੋਂ ਵੱਧ 6 हो, यानी कि प्रोबेबिलिटी ਆਪਾਂ ਕਿਹਦੀ ਕੱਢਣੀ ਆ, ਜਾਂ ਤਾਂ 6 ਤੋਂ ਘੱਟ ਹੋਣ ਜਾਂ 6 ਦੇ ਬਰਾਬਰ ਹੋਣ, ठीक है ना। ਇਹਦਾ मतलब बेटा ਅਸੀਂ ਆ ਕੱਢ ਸਕਦੇ ਹਾਂ। देखो दो तरीके ਦੇ, एक लंबा तरीका एक छोटा, लंबा तरीका छोटा तरीका की आ प्रोबेबिलिटी 0 होवे, ठीक है, 0 साइज दी होवे, प्रोबेबिलिटी 1 प्रोबेबिलिटी 2, ठीक है ना, प्रोबेबिलिटी 3 होण, प्रोबेबिलिटी 4 होण, प्रोबेबिलिटी 5 होण, एक दा ते प्लस क्या जी प्रोबेबिलिटी 6 दी। एक तो साडे कोल आ तरीका है ते असीं क्या जी सारे कढ के उन्हां नूं जोड़ दईए। एक की आ आह है जी 1 ਦੇ ਵਿੱਚੋਂ प्रोबेबिलिटी किहदी कढ दो जी 7 ਵਾਲੀ ਪ੍ਰੋਬੇਬਿਲਿਟੀ ਕੱਢ ਕੇ 1 ਚੋਂ ਘਟਾ ਦਿਓ, ਤੁਹਾਡਾ ਆਪਣੇ ਆਪ ਤੁਸੀਂ ਆਹ ਟੋਟਲ ਵਾਲਾ ਜੋੜ ਕੇ ਵੀ ਕੱਢ ਸਕਦੇ ਐਦਾਂ ਵੀ। ਹੁਣ ਇਹਦੇ ਵਿੱਚ ਕੀ ਆਊਗਾ, ਇਹਦੇ ਵਿੱਚ ਆਹੀ ਆਊਗਾ 1 ਮਾਈਨਸ ਪ੍ਰੋਬੇਬਿਲਿਟੀ 7 ਦੀ ਕਿੱਦਾਂ ਆਊਗਾ ਜੀ 7 ਦੇ ਵਿੱਚੋਂ 7, ਠੀਕ ਹੈ ਨਾ। ਤੇ ਉਸ ਤੋਂ ਬਾਅਦ ਜੀ P ਕਿੰਨਾ ਹੈ ਸਾਡੇ ਕੋਲ 1/4 ਦੀ ਪਾਵਰ 7 ਤੇ ਜੀ 3/4 ਦੀ ਪਾਵਰ 0। ਇਹ ਚੀਜ਼ ਨੂੰ ਸੋਲਵ ਕਰ ਦੇਣਾ 1 ਮਾਈਨਸ 7 7 ਇਹਦਾ ਆ ਜਾਣਾ 1, ਫਿਰ ਆਹ ਵਾਲੀ ਚੀਜ਼ ਸੋਲਵ ਕਰ ਦਿਓ 1 4, ਇਹਨੂੰ ਕਿੰਨੀ ਵਾਰ ਕਰ ਦੇਣਾ ਜੀ ਆਪਾਂ 7 ਵਾਰ, ठीक है ना। 7 ਵਾਰ करके ਘਟਾ ਦੇਣਾ, ਤੁਹਾਡਾ ਆਨਸਰ ਆ ਜਾਣਾ, ठीक है ना। ਇਹ बेटा ਸੀਗੀ ਸਾਡੀ ਬਾਈਨੋਮੀਅਲ ਡਿਸਟ੍ਰੀਬਿਊਸ਼ਨ ਦੀ ਪਹਿਲੀ ਐਕਸਰਸਾਈਜ਼, ठीक है ना। ਹੁਣ ਅਗਲੀ ਐਕਸਰਸਾਈਜ਼ ਮੈਂ ਬਾਅਦ ਚ बेटा ਇਹਨਾਂ ਵਿੱਚ ਕੁਐਸਚਨ ਕਰਕੇ ਦੇਖ ਲਿਓ, ਜੇ ਤੁਹਾਨੂੰ ਕੋਈ ਕੁਐਸਚਨ ਲੱਗਦਾ ਆ, ठीक है ना, ਉਹ ਮਤਲਬ ਮੈਨੂੰ ਦੱਸ ਦਿਓ, ठीक है ना। ਲਗਭਗ ਸਾਰੇ ਸੇਮ ਆ, ਮੈਂ ਤੁਹਾਨੂੰ ਹਿੰਟ ਦੇ ਦਿੱਤੇ ਸਾਰਿਆਂ ਦੇ, ठीक है। ओके बेटा थैंक्स।